ਧਿਆਨ ਧਾਰੋ, ਦੋਵੇਂ ਹੱਥ ਜੋੜੋ, ਸੀਸ ਝੁਕਾ ਕਰਕੇ ਗੱਜ ਕਰਕੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਲਗੀਧਰ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਨੇ ਜੋ ਸਾਡੇ ਤੇ ਪਰ ਉਪਕਾਰ ਕੀਤੇ ਨੇ, ਉਹ ਕਿਸੇ ਗਿਣਤੀ ਮਿਣਤੀ ਵਿੱਚ ਲਿਆਂਦੇ ਨਹੀਂ ਜਾ ਸਕਦੇ। ਜਦੋਂ ਪਾਤਸ਼ਾਹ ਜੀ ਦਾ ਜੀਵਨ ਪੜ੍ਹਦੇ ਹਾਂ ਤੇ ਸਰੀਰਕ ਉਮਰ ਨੂੰ ਦੇਖੀਏ ਤਾਂ ਪਾਤਸ਼ਾਹ ਜੀ ਦੀ ਸਾਰੀ ਸਰੀਰਕ ਉਮਰ ਕੋਈ 42 ਕੁ ਸਾਲ ਦੇ ਕਰੀਬ ਹੈ। ਪਰ ਜੋ ਸਤਿਗੁਰਾਂ ਨੇ ਕੌਤਕ ਕੀਤੇ ਨੇ, ਜੋ ਕੁਝ ਸਾਡੇ ਵਾਸਤੇ ਕੀਤਾ ਹੈ, ਸੰਸਾਰ ਵਾਸਤੇ ਕੀਤਾ ਹੈ, ਦੁਨੀਆ ਦੇ ਭਲੇ ਵਾਸਤੇ ਕੀਤਾ ਹੈ, ਉਹ ਗਿਣਤੀ ਤੇ ਮਿਣਤੀ ਤੋਂ ਬਾਹਰ ਹੈ। ਇਸੇ ਕਰਕੇ ਇੱਕ ਵਿਦਵਾਨ ਨੇ ਬੜੇ ਸੁੰਦਰ ਬਚਨ ਲਿਖੇ ਨੇ, ਕਲਗੀ ਵਾਲਿਆ ਲਿਖਾਂ ਕੀ ਸਿਫਤ ਤੇਰੀ, ਕਾਗਜ਼ ਕਲਮ ਤੋਂ ਤੇਰਾ ਆਕਾਰ ਵੱਡਾ, ਤੇਰੇ ਚੋਜ ਤੇ ਤੇਰੀ ਵਡਿਆਈ ਵੱਡੀ, ਤੇਰੇ ਗੁਣਾਂ ਦਾ ਚੋਜੀ ਭੰਡਾਰ ਵੱਡਾ, ਤੇਰੀ ਧਨ ਕੁਰਬਾਨੀ ਮੇਰੇ ਸ਼ਹਿਨਸ਼ਾਹ ਜੀ, ਕੀਤਾ ਸਿਰਾਂ ਦਾ ਤੂੰ ਹੀ ਵਪਾਰ ਵੱਡਾ, ਜੁਗਾ ਜੁਗਾ ਨਾ ਲੱਥਣਾ ਖਾਲਸੇ ਤੋਂ, ਸਿੱਖ ਕੌਮ ਤੇ ਤੇਰਾ ਉਧਾਰ ਵੱਡਾ। ਜੁਗਾਂ ਜੁਗਾਂ ਤੱਕ ਭਾਵੇਂ ਆਪਾਂ ਹਜ਼ਾਰਾਂ ਜਨਮ ਧਾਰਨ ਕਰ ਲਈਏ, ਪਰ ਜੋ ਕਲਗੀਧਰ ਪਾਤਸ਼ਾਹ ਨੇ ਸਾਡੇ ਵਾਸਤੇ ਕੀਤਾ ਹੈ, ਉਹ ਕਰਜ਼ਾ ਅਸੀਂ ਕਦੇ ਨਹੀਂ ਲਾ ਸਕਦੇ। ਸੋ ਪਾਤਸ਼ਾਹ ਨੇ ਆਪਣਾ ਪਰਿਵਾਰ ਵਾਰਿਆ ਹੈ। ਸੋ ਗਰੀਬ ਨਵਾਜ ਪਾਤਸ਼ਾਹ ਜੀ ਨੇ ਪੰਜਾਂ ਸਿੰਘਾਂ ਦਾ ਬਚਨ ਮੰਨ ਕਰਕੇ ਗੜੀ ਨੂੰ ਤਿਆਗਣ ਦੀ ਤਿਆਰੀ ਕੀਤੀ ਹੈ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੂੰ ਨਾਲ ਲਿਆ ਹੈ ਅਤੇ ਬਚਨ ਕੀਤਾ ਹੈ ਕਿ ਤੁਸੀਂ ਤਾਰਿਆਂ ਦੀ ਸੇਧ ਮਾਛੀਵਾੜੇ ਦੇ ਜੰਗਲ ਵਿੱਚ ਪਹੁੰਚਣਾ ਹੈ। ਸਤਿਗੁਰੂ ਪਾਤਸ਼ਾਹ ਜੀ ਚਮਕੌਰ ਦੀ ਗੜੀ ਛੱਡ ਕਰਕੇ ਮਾਛੀਵਾੜੇ ਕਿਉਂ ਗਏ ਨੇ? ਇਹਦੇ ਪਿੱਛੇ ਕੋਈ ਕਾਰਨ ਤਾਂ ਹੋਵੇਗਾ ਨਾ। ਹੋਰ ਵੀ ਥਾਂ ਬਹੁਤ ਨੇ, ਹੋਰ ਪਾਸੇ ਵੀ ਮਹਾਰਾਜ ਜਾ ਸਕਦੇ ਸੀ, ਪਰ ਪਾਤਸ਼ਾਹ ਮਾਛੀਵਾੜੇ ਹੀ ਕਿਉਂ ਗਏ ਨੇ, ਇਹ ਵੀ ਆਪਾਂ ਸਰਵਣ ਕਰਨਾ ਹੈ। ਸਤਿਗੁਰਾਂ ਨੇ ਬਚਨ ਕੀਤਾ ਕਿ ਤਾਰਿਆਂ ਦੀ ਸੇਧ ਤੁਸੀਂ ਮਾਛੀਵਾੜੇ ਦੇ ਜੰਗਲਾਂ ਵਿੱਚ ਆਉਣਾ ਹੈ। ਹੁਣ ਗਰੀਬ ਨਵਾਜ਼ ਸਤਿਗੁਰੂ ਪਾਤਸ਼ਾਹ ਜਦੋਂ ਚਮਕੌਰ ਦੀ ਗੜੀ ਵਿੱਚੋਂ ਤੁਰਨ ਲੱਗੇ ਨੇ ਤੇ ਪਾਤਸ਼ਾਹ ਨੇ ਆਪਣੇ ਚਰਨਾਂ ਤੋਂ ਜੋੜਾ ਲਾ ਦਿੱਤਾ ਹੈ। ਭਾਈ ਦਇਆ ਸਿੰਘ ਕਹਿਣ ਲੱਗੇ, ਮਹਾਰਾਜ ਰਸਤਾ ਬੜਾ ਬਿਖੜਾ ਹੈ, ਰਸਤੇ ਵਿੱਚ ਵੈਰੀਆਂ ਦੀਆਂ ਫੌਜਾਂ ਮਰੀਆਂ ਹੋਈਆਂ ਨੇ ਅਤੇ ਉਹਨਾਂ ਦੇ ਸ਼ਸਤਰ ਖਿਲਰੇ ਪਏ ਨੇ। ਕਈਆਂ ਸ਼ਸਤਰਾਂ ਨੂੰ ਜ਼ਹਿਰ ਦੀ ਪੁੱਠ ਦਿੱਤੀ ਹੋਵੇਗੀ। ਮਹਾਰਾਜ ਤੁਹਾਡੇ ਨੰਗੇ ਚਰਨਾਂ ਦੇ ਨਾਲ ਕੋਈ ਸ਼ਸਤਰ ਲੱਗ ਗਿਆ ਅਤੇ ਸ਼ਹੀਦੀ ਦਾ ਕਾਰਨ ਬਣ ਜਾਵੇਗਾ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿਣ ਲੱਗੇ, ਭਾਈ ਦਇਆ ਸਿੰਘਾ ਸਾਨੂੰ ਪਤਾ ਹੈ ਰਸਤਾ ਬਿਖੜਾ ਹੈ, ਪਰ ਜਿੱਥੇ ਵੈਰੀਆਂ ਦੀਆਂ ਫੌਜਾਂ ਮਰੀਆਂ ਪਈਆਂ ਨੇ ਉੱਥੇ ਜਾਨਾਂ ਤੋਂ ਪਿਆਰੇ ਮੇਰੇ ਸਿੰਘ ਵੀ ਸ਼ਹੀਦ ਹੋਏ ਪਏ ਨੇ। ਕਈ ਸਿੰਘਾਂ ਦੇ ਦਮਾਲੇ ਖੁੱਲ੍ਹੇ ਹੋਣਗੇ, ਕਈ ਸਿੰਘਾਂ ਦੇ ਦਸਤਾਰੇ ਖੁੱਲ੍ਹੇ ਹੋਣਗੇ, ਕਈ ਸਿੰਘਾਂ ਦੇ ਕੇਸ ਖਿਲਰੇ ਹੋਣਗੇ। ਭਾਈ ਦਇਆ ਸਿੰਘ ਜੀ, ਜੇ ਕਿਤੇ ਸਾਡੇ ਚਰਨਾਂ ਵਿੱਚ ਪਾਇਆ ਹੋਇਆ ਜੋੜਾ ਕਿਸੇ ਸਿੰਘ ਦੇ ਕੇਸਾਂ ਨੂੰ ਲੱਗ ਗਿਆ
ਕਿਸੇ ਸਿੰਘ ਦੇ ਦਸਤਾਰੇ ਨੂੰ ਲੱਗ ਗਿਆ ਤੇ ਅਸੀਂ ਦੇਣ ਕਿੱਥੋਂ ਦੇਵਾਂਗੇ। ਧਿਆਨ ਦੇਣਾ, ਕਿੰਨਾ ਸਨਮਾਨ ਕਲਗੀਧਰ ਪਾਤਸ਼ਾਹ ਨੇ ਕੇਸਾਂ ਦਾ ਕੀਤਾ ਹੈ। ਅੱਗੇ ਜਾ ਕੇ ਮੈਂ ਇਹਦਾ ਜ਼ਿਕਰ ਹੋਰ ਕਰਾਂਗਾ। ਸੋ ਗੁਰੂ ਪਿਆਰ ਵਾਲਿਓ, ਪਾਤਸ਼ਾਹ ਤੁਰਨ ਲੱਗੇ ਨੇ ਤੇ ਗੜੀ ਨੂੰ ਸੰਬੋਧਨ ਕਰਕੇ ਕੁਝ ਬਚਨ ਕਹੇ। ਵਿਦਵਾਨ ਲਿਖਦਾ ਹੈ, ਪਾਤਸ਼ਾਹ ਕਹਿਣ ਲੱਗੇ, ਗੜੀਏ ਵੇਖ ਮੈਂ ਹੱਸਦਾ ਜਾ ਰਿਹਾ ਹਾਂ, ਕੈਦੀ ਸਮੇਂ ਨੂੰ ਮੱਥੇ ਨਹੀਂ ਵੱਟ ਮੇਰੇ, ਤੇਰੇ ਕੋਲ ਨੇ ਪਿਆਸੇ ਨੇ ਪਏ ਸੁੱਤੇ ਪੁੱਤਰ ਸੋਲ ਇਹ ਰੇਸ਼ਮੀ ਪੱਟ ਮੇਰੇ, ਪਾਇਆ ਖੱਪਣ ਨਹੀਂ ਇਹਨਾਂ ਤੇ ਇਸ ਖਾਤਰ, ਬਾਕੀ ਸਿੰਘ ਨਹੀਂ ਇਹਨਾਂ ਤੋਂ ਘੱਟ ਮੇਰੇ। ਪਾਤਸ਼ਾਹ ਨੇ ਆਖਿਆ, ਤੇਰੇ ਕੋਲ ਮੇਰੇ ਪੁੱਤਰ ਵੀ ਪਏ ਨੇ ਤੇ ਮੇਰੇ ਸਿੰਘ ਵੀ ਪਏ ਨੇ, ਆਪਣੇ ਪੁੱਤਰਾਂ ਦੇ ਉੱਪਰ ਮੈਂ ਖੱਫਣ ਇਸ ਕਰਕੇ ਨਹੀਂ ਪਾਇਆ ਕਿਉਂਕਿ ਬਾਕੀ ਸਿੰਘਾਂ ਨੂੰ ਮੈਂ ਆਪਣੇ ਪੁੱਤਰਾਂ ਨਾਲੋਂ ਘੱਟ ਨਹੀਂ ਸਮਝਿਆ, ਮੈਂ ਇੱਕੋ ਜਿਹੇ ਸਮਝਿਆ ਹੈ। ਅਗਲਾ ਬਚਨ ਕੀਤਾ ਸੀ, ਗੜੀਏ ਫੇਰ ਨਹੀਂ ਕਦੇ ਵੀ ਮੇਲ ਹੋਣਾ, ਯਾਦ ਰੱਖੀ ਜੋ ਫਤਿਹ ਗਜਾ ਚੱਲਿਆ ਹਾਂ, ਭਾਰ ਹੋਰ ਵੀ ਸਿਰ ਤੋਂ ਲਾਵਣ ਆਏ, ਚਾਲੇ ਇਸ ਲਈ ਇਥੋਂ ਮੈਂ ਪਾ ਚੱਲਿਆ ਹਾਂ। ਪਾਤਸ਼ਾਹ ਤੁਰੇ ਨੇ। ਗੁਰੂ ਪਿਆਰ ਵਾਲਿਓ, ਤਾੜੀ ਮਾਰ ਕਰਕੇ ਚੱਲੇ। ਉੱਥੇ ਗੁਰਦੁਆਰਾ ਤਾੜੀ ਸਾਹਿਬ ਵੀ ਬਣਿਆ ਹੋਇਆ। ਫਿਰ ਪਾਤਸ਼ਾਹ ਨੇ ਜਕਾਰਾ ਲਾਇਆ। ਫਿਰ ਪਾਤਸ਼ਾਹ ਨੇ ਮੁਖੋਂ ਇਹ ਬੋਲ ਉਚਾਰਨ ਕੀਤੇ ਨੇ, ਹਿੰਦੇ ਪੀਰ ਮੇਰ ਵੱਧ, ਹਿੰਦੇ ਪੀਰ ਮੇਰ ਵੱਧ। ਹਿੰਦ ਦਾ ਪੀਰ ਜਾ ਰਿਹਾ, ਜੇ ਕਿਸੇ ਵਿੱਚ ਤਾਕਤ ਹੈ ਤਾਂ ਰੋਕ ਲੈਣਾ ਕਰੇ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਮਾਨ ਸਿੰਘ ਉਸ ਸਮੇਂ ਨਾਲ ਸਨ। ਅੱਗੇ ਜਾ ਕਰਕੇ ਫਿਰ ਰਸਤੇ ਵੱਖਰੇ ਵੱਖਰੇ ਹੁੰਦੇ ਨੇ। ਸੋ ਗੁਰੂ ਪਿਆਰ ਵਾਲਿਓ, ਹੁਣ ਪਾਤਸ਼ਾਹ ਜਦੋਂ ਚੱਲੇ ਨੇ, ਰਾਤ ਦਾ ਹਨੇਰਾ ਹੈ ਅਤੇ ਮੁਗਲਾਂ ਦੀਆਂ ਤੇ ਪਹਾੜੀ ਫੌਜਾਂ ਦੇ ਵਿੱਚ ਉਸ ਵੇਲੇ ਖਲਬਲੀ ਮਚ ਗਈ ਹੈ। ਇੱਕ ਮੁਗਲਾਂ ਦਾ ਸਿਪਾਹੀ ਮਿਸਾਲ ਜਗਾ ਕਰਕੇ ਅੱਗੇ ਵਧਣ ਲੱਗਾ। ਕਲਗੀਧਰ ਪਾਤਸ਼ਾਹ ਨੇ ਭੱਤੇ ਚੋਂ ਤੀਰ ਕੱਢਿਆ, ਤੰਦੀ ਤੇ ਚਾੜ ਕਰਕੇ ਕੰਨ ਤੱਕ ਖਿੱਚ ਕਰਕੇ ਤੀਰ ਚਲਾਇਆ ਹੈ ਤੇ ਜਿਸ ਹੱਥ ਵਿੱਚ ਉਸ ਨੇ ਮਿਸਾਲ ਪਕੜੀ ਹੋਈ ਸੀ ਉਸ ਬਾਂਹ ਦੇ ਵਿੱਚ ਮਾਰਿਆ ਅਤੇ ਗੁਰੂ ਪਿਆਰ ਵਾਲਿਓ, ਉਸ ਵੇਲੇ ਉਹਦੇ ਹੱਥੋਂ ਮਿਸਾਲ ਡਿੱਗ ਪਈ ਹੈ। ਪਾਤਸ਼ਾਹ ਅੱਗੇ ਚੱਲੇ। ਸਤਿਗੁਰਾਂ ਦੇ ਦੋਵਾਂ ਲਾਲਾਂ ਦੀਆਂ ਲਾਸ਼ਾਂ ਪਈਆਂ ਨੇ, ਪਰ ਪਾਤਸ਼ਾਹ ਨੇ ਵੇਖਿਆ ਤੱਕ ਨਹੀਂ, ਕੋਲ ਦੀ ਲੰਘ ਗਏ। ਇੱਕ ਵਿਦਵਾਨ ਲਿਖਦਾ ਹੈ, ਪਿੱਛੇ ਭਾਈ ਦਇਆ ਸਿੰਘ ਜੀ, ਭਾਈ ਦਇਆ ਸਿੰਘ ਦੀ ਨਿਗਾਹ ਪਈ, ਇਹ ਤਾਂ ਬਾਬਾ ਅਜੀਤ ਸਿੰਘ ਦਾ ਸਰੀਰ ਪਿਆ ਹੋਇਆ ਹੈ, ਇਹ ਤਾਂ ਬਾਬਾ ਜੁਝਾਰ ਸਿੰਘ ਦਾ ਸਰੀਰ ਪਿਆ ਹੋਇਆ। ਭਾਈ ਦਇਆ ਸਿੰਘ ਤੋਂ ਅੱਗੇ ਤੁਰਿਆ ਨਾ ਗਿਆ। ਉੱਥੇ ਹੀ ਬਾਬਾ ਅਜੀਤ ਸਿੰਘ ਦੇ ਸਰੀਰ ਲਾਗੇ ਬੈਠ ਗਏ ਨੇ। ਉਹ ਵਿਦਵਾਨ ਲਿਖਦਾ ਹੈ, ਭੁੱਬਾਂ ਨਿਕਲ ਗਈਆਂ ਦਇਆ ਸਿੰਘ ਦੀਆਂ ਤੇ ਉਹ ਘੇਰਨੀ ਖਾ ਕੇ ਬੈਠ ਗਿਆ। ਉਹਦੇ ਲਹੂ ਲਿਬੜੇ ਪੈਰਾਂ ਕੂਲਿਆਂ ਤੇ ਸਿੱਖ ਸੀਸ ਝੁਕਾ ਕੇ ਬੈਠ ਗਿਆ। ਖੂਨ ਨਾਲ ਲਿਬੜੇ ਹੋਏ ਕੂਲੇ ਕੂਲੇ ਚਰਨਾਂ ਦੇ ਉੱਪਰ ਸਿੱਖ ਨੇ ਆਪਣਾ ਸਿਰ ਝੁਕਾ ਦਿੱਤਾ ਹੈ। ਉਹਦੇ ਲਹੂ ਲਿਬੜੇ ਪੈਰਾਂ ਕੂਲਿਆਂ ਤੇ ਸਿੱਖ ਸੀਸ ਝੁਕਾ ਕੇ ਬੈਠ ਗਿਆ। ਲਹੂ ਪੂੰਝ ਕੇਸਾਂ ਚੋਂ ਝਾੜ ਮਿੱਟੀ ਗੋਦੀ ਵਿੱਚ ਲਟਾ ਕੇ ਬੈਠ ਗਿਆ। ਭਾਈ ਦਇਆ ਸਿੰਘ ਨੇ ਬਾਬਾ ਅਜੀਤ ਸਿੰਘ ਦੇ ਸੀਸ ਨੂੰ ਗੋਦੀ ਵਿੱਚ ਰੱਖਿਆ ਹੈ। ਵੱਲ ਪਿਤਾ ਨਿਰਮੋਹੀ ਦੇ ਵੇਖ ਕੇ ਤੇ ਦਇਆ ਸਿੰਘ ਰੋਹ ਵਿੱਚ ਆ ਕੇ ਬੈਠ ਗਿਆ। ਨਿਰਮੋਹੀ ਪਿਤਾ ਕਲਗੀਧਰ ਪਾਤਸ਼ਾਹ ਦੇ ਵੱਲ ਤੱਕਿਆ ਹੈ ਤੇ ਭਾਈ ਦਇਆ ਸਿੰਘ ਜੀ ਰੋਹ ਵਿੱਚ ਆ ਗਏ ਨੇ। ਤੇ ਉਹ ਵਿਦਵਾਨ ਲਿਖਦਾ ਹੈ ਤੇ ਕਹਿੰਦੇ ਨੇ, ਮਨ ਨਾਲ ਵਾਚਦੇ ਨੇ, ਸੋਚਦੇ ਨੇ, ਅੰਦਰ ਫੁਰਨੇ ਆਉਂਦੇ ਨੇ, ਕੀ ਸੀ ਕਲਗੀਆਂ ਵਾਲੇ ਦਾ ਵਿਗੜ ਜਾਂਦਾ, ਚਾਰ ਹੰਝੂ ਜੇ ਫੁੱਲ ਤੇ ਕੀਰ ਜਾਂਦਾ, ਉਹਦੇ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ,
ਸੁੱਕਾ ਹੱਥ ਜੇ ਪਿਆਰ ਦਾ ਫੇਰ ਜਾਂਦਾ। ਮਨ ਵਿੱਚ ਇਹ ਫੁਰਨਾ ਆਉਂਦਾ ਸੀ, ਕਲਗੀਆਂ ਵਾਲਿਆ ਕੀ ਤੇਰਾ ਵਿਗੜ ਜਾਣਾ ਸੀ ਜੇ ਆਪਣੇ ਪੁੱਤਰ ਦੇ ਕੋਲ ਬੈਠ ਕਰਕੇ 4 ਹੰਝੂ ਕਿਤੇ ਅੱਖਾਂ ਵਿੱਚੋਂ ਕੇਰ ਦੇਣ। ਜੇ ਸੁੱਕਾ ਪਿਆਰ ਦਾ ਹੱਥ ਹੀ ਆਪਣੇ ਪੁੱਤਰ ਦੇ ਸਰੀਰ ਉੱਪਰ ਫੇਰ ਦੇਣ। ਇਉਂ ਭਾਈ ਦਇਆ ਸਿੰਘ ਦੇ ਅੰਦਰ ਫੁਰਨਾ ਚੱਲਦਾ ਹੈ ਤੇ ਕੋਲ ਬੈਠਾ ਹੈ ਬਾਬਾ ਅਜੀਤ ਸਿੰਘ ਦੇ ਸਰੀਰ ਦੇ ਲਾਗੇ, ਗੋਦੀ ਵਿੱਚ ਸੀਸ ਰੱਖਿਆ ਹੋਇਆ ਹੈ। ਕਲਗੀਧਰ ਪਾਤਸ਼ਾਹ ਨੇ ਪਿੱਛੇ ਨਿਗਾਹ ਮਾਰੀ, ਦਇਆ ਸਿੰਘ ਆਇਆ ਹੀ ਨਹੀਂ। ਵਿਦਵਾਨ ਲਿਖਦਾ, ਡਿੱਠਾ ਕਲਗੀਆਂ ਵਾਲੇ ਨੇ ਪਰਤ ਕੇ ਤੇ ਉੱਚੀ ਆਵਾਜ਼ ਮਾਰੀ, ਆ ਜਾ ਦਇਆ ਸਿੰਘਾ। ਪਰਤ ਕੇ ਵੇਖਿਆ ਪਾਤਸ਼ਾਹ ਨੇ ਉੱਚੀ ਆਵਾਜ਼ ਮਾਰੀ, ਆਖਿਆ ਦਇਆ ਸਿੰਘਾ ਆ ਜਾ। ਡਿੱਠਾ ਕਲਗੀਆਂ ਵਾਲੇ ਨੇ ਪਰਤ ਕੇ ਤੇ ਉੱਚੀ ਆਵਾਜ਼ ਮਾਰੀ, ਆ ਜਾ ਦਇਆ ਸਿੰਘਾ। ਬਾਜਾਂ ਨਾਲ ਉਡਾਰੀਆਂ ਲਾਮਦਾ ਸੈਂ, ਫਾਈਆਂ ਕਿਹੜੀਆਂ ਵਿੱਚ ਗਿਆ ਸਿੰਘਾ। ਤੂੰ ਤੇ ਉੱਚੀਆਂ ਉਡਾਰੀਆਂ ਮਾਰਦਾ ਸੀ, ਹੁਣ ਕਿਹੜੀਆਂ ਫਾਈਆਂ ਵਿੱਚ ਫਸ ਗਿਆ ਹੈ। ਅਗਲਾ ਬਚਨ ਕੀਤਾ, ਬੜਾ ਸੁਖੀ ਹੈ ਮੌਤ ਦੀ ਗੋਦ ਅੰਦਰ, ਇਹਨੂੰ ਰਹਿਣ ਦੇ ਉੱਥੇ ਹੀ ਪਿਆ ਸਿੰਘਾ। ਆਖਿਆ ਏ ਬੜਾ ਸੁਖੀ ਹੈ ਮੌਤ ਦੀ ਗੋਦ ਵਿੱਚ ਪਿਆ, ਇਹਨੂੰ ਉੱਥੇ ਹੀ ਪਿਆ ਰਹਿਣ ਦੇ। ਕਫਨ ਕੌਣ ਪਾਉਂਦਾ ਏ ਪਰਵਾਨਿਆਂ ਨੂੰ, ਚਾਦਰਾਂ ਵਿੱਚ ਲਪੇਟਣਾ ਪਿਆ ਸਿੰਘਾ। ਕੌਣ ਕੌਮ ਦੇ ਪਰਵਾਨਿਆਂ ਤੇ ਕਫਨ ਪਾਉਂਦਾ ਹੈ। ਤੇ ਅਗਲਾ ਬਚਨ ਕੀਤਾ ਸੀ, ਉਹ ਤਾਂ ਉੱਠ, ਉਹ ਨਹੀਂ ਦੇਸ਼ ਭਗਤ ਹੁੰਦਾ ਜੋ ਸ਼ਹੀਦ ਦੀ ਮੌਤ ਤੇ ਝੂਰਦਾ ਏ। ਉਹ ਤਾਂ ਮੰਜ਼ਲਾਂ ਮਾਰ ਕੇ ਪਿਆ ਲੰਮਾ, ਪਰ ਸਾਡਾ ਪੰਥ ਸੱਜਣਾ ਦੂਰ ਦਾ ਏ। ਪਾਤਸ਼ਾਹ ਨੇ ਇਹ ਬਚਨ ਕੀਤੇ, ਪਰ ਦਇਆ ਸਿੰਘ ਤੋਂ ਕਿੱਥੇ ਤੁਰਿਆ ਜਾਵੇ। ਕਹਿਣ ਲੱਗਾ, ਮਹਾਰਾਜ ਇਹਨਾਂ ਦੇ ਉੱਪਰ ਕੱਪੜਾ ਹੀ ਪਾ ਜਾਂਦੇ। ਮਹਾਰਾਜ ਕਹਿਣ ਲੱਗੇ, ਦਇਆ ਸਿੰਘਾ ਐਸਾ ਨਹੀਂ ਹੋ ਸਕਦਾ, ਜੇ ਕੱਪੜਾ ਪਾਉਣਾ ਤੇ ਸਾਰਿਆਂ ਤੇ ਪਾ, ਕੱਲਾ ਅਜੀਤ ਸਿੰਘ ਤੇ ਜੁਝਾਰ ਸਿੰਘ ਤੇ ਨਹੀਂ ਪੈਣਾ। ਜੇ ਕੱਪੜਾ ਪਾ ਸਕਦਾ ਤੇ ਜਿੰਨੇ ਵੀ ਸਿੰਘ ਸ਼ਹੀਦ ਹੋਏ ਉਹਨਾਂ ਸਾਰਿਆਂ ਤੇ ਪਾ। ਮੈਂ ਵੀ ਚਾਹੁੰਦਾ ਸੀ ਜਿੱਥੇ ਮੇਰੇ ਪੁੱਤਰਾਂ ਦੀਆਂ ਲਾਸ਼ਾਂ ਪਈਆਂ ਨੇ, ਜਿੱਥੇ ਮੇਰੇ ਸਿੰਘਾਂ ਦੀਆਂ ਲਾਸ਼ਾਂ ਪਈਆਂ ਨੇ, ਉੱਥੇ ਇੱਕ ਲਾਸ਼, ਇੱਕ ਮੇਰੀ ਵੀ ਲਾਸ਼ ਹੋਣੀ ਚਾਹੀਦੀ ਸੀ। ਪਰ ਮੈਂ ਪੰਜਾਂ ਦਾ ਹੁਕਮ ਮੰਨ ਕਰਕੇ ਆ ਗਿਆ। ਚਰਨ ਸਿੰਘ ਸਫਰੀ ਜੀ ਨੇ ਬੜੇ ਸੁੰਦਰ ਬਚਨ ਲਿਖੇ ਨੇ। ਕਲਗੀਧਰ ਪਾਤਸ਼ਾਹ ਨੇ ਬਚਨ ਕਹੇ, ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ। ਮੇਰੀ ਰੂਹ ਵੀ ਇਸ ਮੌਤ ਨੂੰ ਲੋਚਦੀ ਸੀ, ਕਿਉਂਕਿ ਕਲਗੀਧਰ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਵੀ ਇਹ ਬਚਨ ਲਿਖੇ ਨੇ, ਜਬ ਆਵ ਕੀ ਔਦ ਨਿਦਾਨ ਬਣੈ, ਅਤ ਹੀ ਰਣ ਮੈਂ ਤਬ ਜੂਝ ਬਰੋਂ। ਤੇ ਇਹ ਬਚਨ ਲਿਖੇ ਨੇ, ਜਬ ਆਵ ਕੀ ਔਦ ਨਿਦਾਨ ਬਣੈ। ਔਦ ਦਾ ਅਰਥ ਹੈ ਉਮਰ। ਕੀਰਤਨ ਸੋਹਲੇ ਵਿੱਚ ਵੀ ਬਚਨ ਪੜ੍ਹਦੇ, ਔਦ ਘਟੈ ਦਿਨ ਸਰੈ ਨਾਰੇ, ਮਨ ਗੁਰਮਿਲ ਕਾਜ ਸਵਾਰੇ। ਪਾਤਸ਼ਾਹ ਕਹਿੰਦੇ ਨੇ ਜਦੋਂ ਮੇਰੀ ਉਮਰ ਦਾ ਅੰਤ ਹੋਵੇ। ਨਿਦਾਨ, ਇਸ ਪਾਠ ਵੱਲ ਧਿਆਨ ਦੇਣਾ ਪੜ੍ਹਨ ਵਾਲੇ ਗੁਰਮੁਖ। ਕਈ ਵਾਰ ਇਸ ਨੂੰ ਕਈ ਵੀਰ ਨਿਧਾਨ ਹੀ ਪੜ੍ਹ ਜਾਂਦੇ। ਨਿਧਾਨ ਦਾ ਤੇ ਨਿਦਾਨ ਦਾ ਅਰਥ ਵੱਖਰਾ ਵੱਖਰਾ ਹੁੰਦਾ। ਨਿਧਾਨ ਧੱਦੇ ਨਾਲ ਪੜ੍ਹੀਏ ਤੇ ਅਰਥ ਬਣਦਾ ਖਜ਼ਾਨਾ, ਦੱਦੇ ਨਾਲ ਨਿਦਾਨ ਪੜ੍ਹੀਏ ਤੇ ਅਰਥ ਬਣਦਾ ਅੰਤ। ਤੇ ਜੇ ਨੰਨੇ ਦੀ ਸਿਹਾਰੀ ਲਾ ਕਰਕੇ ਨਿਦਾਨ ਪੜ੍ਹੀਏ ਤੇ ਉਹਦਾ ਅਰਥ ਬਣ ਜਾਂਦਾ, ਜਿਹਨੂੰ ਕੋਈ ਸਮਝ ਨਾ ਹੋਵੇ ਤੇ ਬੰਦਾ ਹੀ ਬੜਾ ਨਿਦਾਨ। ਵੇਖੋ ਇੱਕ ਇੱਕ ਲਗ ਮਾਤਰਾ ਦੇ ਨਾਲ ਅਰਥ ਵਿੱਚ ਫਰਕ ਪੈਂਦਾ ਹੈ। ਇੱਥੇ ਪਾਠ ਹੈ ਨਿਦਾਨ ਦੱਦੇ ਨਾਲ, ਜਬ ਆਵ ਕੀ ਔਦ ਨਿਦਾਨ ਬਣੈ। ਭਾਵ ਕਿ ਜਦੋਂ ਮੇਰੀ ਉਮਰ ਦਾ ਅੰਤ ਹੋਵੇ। ਅਕਾਲ ਪੁਰਖ ਦੇ ਸਨਮੁਖ ਇਹ ਬਚਨ ਕਰਦੇ ਨੇ ਪਾਤਸ਼ਾਹ ਕਲਗੀਧਰ ਜੀ, ਜਬ ਆਵ ਕੀ ਔਦ ਨਿਦਾਨ ਬਣੈ, ਅਤ ਹੀ ਰਣ ਮੈਂ ਤਬ ਜੂਝ ਮਰਾਂ। ਮੈਂ ਜੰਗ ਦੇ ਮੈਦਾਨ ਵਿੱਚ ਜੂਝ ਕਰਕੇ ਮਰਾਂ। ਇਹ ਬਚਨ ਕਹੇ। ਆਖਿਆ, ਭਾਈ ਦਇਆ ਸਿੰਘਾ ਸਾਡੀ ਇੱਛਾ ਸੀ ਸਾਡੀ ਵੀ ਇੱਕ ਇੱਥੇ ਇੱਕ ਲਾਸ਼ ਹੁੰਦੀ, ਪਰ ਭਾਈ ਦਇਆ ਸਿੰਘ ਜੀ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ, ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ। ਪਰ ਮੈਂ ਪੰਜਾਂ ਦਾ ਹੁਕਮ ਮੰਨ ਕਰਕੇ ਆ ਗਿਆ ਹਾਂ।
ਲੋਕੀ ਕਹਿਣਗੇ ਲੱਖ ਵਾਰ, ਲੋਕੀ ਕਹਿਣਗੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ। ਇਹਨਾਂ ਮਿਹਣਿਆਂ 'ਚ ਮੈਨੂੰ ਮਾਣ ਮਿਲਦਾ ਕਿ ਮੈਂ ਸਰਬੰਸ ਲੁਟਾ ਕੇ ਆ ਗਿਆ ਹਾਂ। ਇਹ ਵੀ ਕਹਿਣਗੇ ਲੋਕੀ ਤਾਂ ਸੁਣ ਲਵਾਂਗਾ ਕਿ ਮੈਂ ਜਾਨ ਬਚਾ ਕੇ ਆ ਗਿਆ ਹਾਂ। ਮੈਨੂੰ ਰੱਤਾ ਪਰਵਾਹ ਨਹੀਂ ਜੱਗ ਸਾਰਾ, ਬੇਸ਼ੱਕ ਮੈਨੂੰ ਜੰਗ ਦਾ ਚੋਰ ਸਮਝੇ, ਪਰ ਮੈਂ ਇਹ ਨਾ ਸੁਣਾ ਗੁਰੂ ਗੋਬਿੰਦ ਸਿੰਘ ਨੇ ਪੁੱਤਰ ਹੋਰ ਸਮਝੇ ਤੇ ਸਿੰਘ ਹੋਰ ਸਮਝੇ। ਪਾਤਸ਼ਾਹ ਕਹਿਣ ਲੱਗੇ ਦਇਆ ਸਿੰਘਾ ਮੈਂ ਸਭ ਕੁਝ ਸੁਣ ਸਕਦਾ, ਕੋਈ ਮੈਨੂੰ ਕਵੇ ਕਿ ਗੁਰੂ ਗੋਬਿੰਦ ਸਿੰਘ ਪੁੱਤ ਮਰਵਾ ਕੇ ਆ ਗਿਆ, ਕੋਈ ਆਖੇ ਮੈਨੂੰ ਸਰਬੰਸ ਲੁਟਾ ਆਇਆ, ਕੋਈ ਆਖੇ ਇਹ ਜੰਗ ਦੇ ਮੈਦਾਨ ਵਿੱਚੋਂ ਭੱਜ ਆਇਆ ਹੈ, ਮੈਂ ਸਭ ਕੁਝ ਸੁਣ ਲਾਂਗਾ ਜਿੰਨੇ ਮਰਜ਼ੀ ਦੂਸ਼ਣ ਲਾਉਣ ਮੇਰੇ ਤੇ। ਪਰ ਆਖਿਆ ਦਇਆ ਸਿੰਘਾ ਪਰ ਮੈਂ ਇਹ ਨਹੀਂ ਸੁਣ ਸਕਦਾ ਵੀ ਕੋਈ ਆਖੇ ਕਿ ਗੁਰੂ ਗੋਬਿੰਦ ਸਿੰਘ ਨੇ ਆਪਣੇ ਪੁੱਤਰਾਂ ਵਿੱਚ ਤੇ ਸਿੰਘਾਂ ਵਿੱਚ ਫਰਕ ਰੱਖਿਆ। ਆਖਿਆ ਨਹੀਂ, ਮੇਰੇ ਵਾਸਤੇ ਇੱਕੋ ਜਿਹੇ ਨੇ। ਕਲਗੀਧਰ ਪਾਤਸ਼ਾਹ ਉੱਥੋਂ ਅੱਗੇ ਚੱਲੇ। ਉੱਥੋਂ ਵਿਦਵਾਨ ਲਿਖਦੇ ਨੇ ਕਿ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਇੱਕ ਪਾਸੇ ਹੋ ਗਏ ਨੇ, ਅੱਡੋ ਅੱਡੀ ਹੋ ਗਏ ਰਸਤੇ। ਕਲਗੀਧਰ ਪਾਤਸ਼ਾਹ ਵੱਖਰੇ ਹੋ ਗਏ ਨੇ। ਚਮਕੌਰ ਦੇ ਨੇੜੇ ਅੱਗੇ ਇੱਕ ਪਿੰਡ ਆਉਂਦਾ ਕਿਹੜੀ ਪਿੰਡ, ਉੱਥੇ ਪਹੁੰਚੇ ਨੇ। ਉੱਥੋਂ ਤੱਕ ਪਹੁੰਚਦਿਆਂ ਦਿਨ ਚੜ੍ਹ ਗਿਆ। ਉਸ ਤੋਂ ਅੱਗੇ ਪਾਤਸ਼ਾਹ ਜੀ ਨੇ ਮਾਛੀਵਾੜੇ ਨੂੰ ਚਾਲੇ ਪਾਏ ਤੇ ਅੱਗੇ ਜਾਂਦਿਆਂ ਜਾਂਦਿਆਂ ਜਦੋਂ ਕਾਫੀ ਦਿਨ ਚੜ੍ਹ ਗਿਆ, ਅੱਗੇ ਅਲਫੂ ਤੇ ਗਾਮੂ ਇਹ ਦੋ ਜਾਣੇ ਮਾਲ ਚਾਰਦੇ ਪਏ ਸੀ ਵਿਦਵਾਨਾਂ ਦੀ ਲਿਖਤ ਮੁਤਾਬਕ। ਇਹਨਾਂ ਨੇ ਸਤਿਗੁਰਾਂ ਨੂੰ ਪਛਾਣ ਲਿਆ ਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਹ ਵੀ ਤੁਰਕਾਂ ਦੇ ਹਾਮੀ ਸਨ। ਜਦੋਂ ਰੌਲਾ ਪਾਇਆ ਤੇ ਪਾਤਸ਼ਾਹ ਨੇ ਇਹਨਾਂ ਨੂੰ ਮੋਹਰਾਂ ਦਿੱਤੀਆਂ ਵੀ ਸ਼ਾਇਦ ਚੁੱਪ ਕਰ ਜਾਣਗੇ, ਪਰ ਇਹ ਮੋਹਰਾਂ ਲੈ ਕਰਕੇ ਵੀ ਚੁੱਪ ਨਾ ਕੀਤੇ ਤਾਂ ਕਲਗੀਧਰ ਪਾਤਸ਼ਾਹ ਜੀ ਨੇ ਮਿਆਨ 'ਚੋਂ ਤੇਗ ਕੱਢੀ ਹੈ ਤੇ ਦੋਵੇਂ ਝਟਕਾ ਦਿੱਤੇ ਨੇ। ਉਸ ਵੇਲੇ ਪਾਤਸ਼ਾਹ ਜੀ ਉੱਥੋਂ ਅੱਗੇ ਚੱਲੇ ਨੇ। ਹੁਣ ਮਾਛੀਵਾੜੇ ਦੇ ਜੰਗਲ ਵਿੱਚ ਪਾਤਸ਼ਾਹ ਜੀ ਪਹੁੰਚੇ ਨੇ। ਅੱਜ ਵੀ ਉਹ ਰੁੱਖ ਮੌਜੂਦ ਹੈ ਜਿੱਥੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣਾ ਆਸਣ ਲਾਇਆ ਸੀ, ਟਿੰਡ ਦਾ ਸਿਰਹਾਣਾ ਲਾ ਕਰਕੇ। ਮੇਰੇ ਪਾਤਸ਼ਾਹ ਜੀ ਲੰਮੇ ਪਏ ਨੇ ਇੱਕ ਪਾਸੇ, ਭਾਵ ਕੇ ਪਾਸੇ ਪਰਨੇ ਹੋ ਕਰਕੇ, ਖੱਬਾ ਪਾਸਾ ਥੱਲੇ ਸੱਜਾ ਪਾਸਾ ਉੱਪਰ ਸੀ ਤੇ ਹੱਥ ਵਿੱਚ ਤੇਗ ਪਕੜੀ ਹੋਈ ਸੀ। ਗੁਰੂ ਪਿਆਰ ਵਾਲਿਓ ਉੱਥੇ ਕੁਝ ਸਮਾਂ ਪਏ। ਉੱਥੇ ਹੀ ਗਰੀਬ ਨਵਾਜ਼ ਪਾਤਸ਼ਾਹ ਨੇ ਇੱਕ ਅਗੰਮੀ ਗੀਤ ਗਾਇਆ ਹੈ ਜੋ ਅੱਜ ਵੀ ਉਹਨਾਂ ਦੀ ਬਾਣੀ ਵਿੱਚ ਉਹ ਪਾਵਨ ਸ਼ਬਦ ਦਰਜ ਹੈ। ਇਹ ਪਹਿਲਾ ਅਸਥਾਨ ਹੈ ਜਿੱਥੇ ਮੇਰੇ ਪਾਤਸ਼ਾਹ ਜੀ ਨੰਗੇ ਚਰਨੀ ਚੱਲ ਕਰਕੇ ਗਏ ਨੇ। ਇਹ ਪਹਿਲਾ ਅਸਥਾਨ ਹੈ ਜਿੱਥੇ ਮੇਰੇ ਪਾਤਸ਼ਾਹ ਨੇ ਆਪ ਕੀਰਤਨ ਕੀਤਾ ਹੈ, ਪਰ ਬਿਨਾਂ ਸਾਜ਼ ਤੋਂ। ਸਾਜ਼ ਵੀ ਕੋਲ ਕੋਈ ਨਹੀਂ ਗਾ। ਇਹ ਪਹਿਲਾ ਅਸਥਾਨ ਹੈ ਜਿੱਥੇ ਅੱਗੇ ਸੁਣਨ ਵਾਲਾ ਵੀ ਕੋਈ ਨਹੀਂ, ਇਕੱਲਿਆਂ ਨੇ ਕੀਰਤਨ ਕੀਤਾ ਤੇ ਸੁਣਾਇਆ ਕਿਹਨੂੰ ਹੈ? ਅਕਾਲ ਪੁਰਖ ਵਾਹਿਗੁਰੂ ਨੂੰ। ਮੈਂ ਇਉਂ ਕਹਿ ਦੇਵਾਂ ਤੇ ਅਤ ਕਥਨੀ ਨਹੀਂ ਹੋਵੇਗੀ, ਭਾਵ ਕਿ ਪੁੱਤਰ ਤੇ ਪਿਓ ਨੇ ਇਹ ਖੇਡ ਵਰਤਾਈ ਹੈ। ਪੁੱਤਰ ਕੀਰਤਨ ਕਰਦਾ ਹੈ ਤੇ ਪਿਤਾ ਸੁਣਦਾ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਸੋ ਗੁਰੂ ਪਿਆਰ ਵਾਲਿਓ 25 ਤਰੀਕ ਨੂੰ ਹੈ। ਆਪਾਂ ਸਾਰੇ ਜਾਣਦੇ ਹਾਂ ਪਿੰਡਾਂ ਪਿੰਡਾਂ ਵਿੱਚ ਮਨਾਇਆ ਜਾਂਦਾ ਹੈ। ਇੱਥੇ ਵੀ ਸੋ ਅੱਜ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣੇ ਨੇ, ਇੱਥੇ ਵੀ ਮਨਾਇਆ ਜਾਣਾ। ਸੋ ਦਾਸੂਵਾਲ ਵੀ ਸੰਗਤਾਂ ਮਨਾਉਂਦੀਆਂ ਨੇ, ਪ੍ਰਭਾਤ ਫੇਰੀਆਂ ਦੇ ਰੂਪ ਵਿੱਚ ਸੰਗਤਾਂ ਹੁਣ ਵੀ ਚੱਲ ਕਰਕੇ ਆਈਆਂ। ਇੱਥੇ ਪਿੰਡ ਵਿੱਚ ਵੀ ਪ੍ਰਭਾਤ ਫੇਰੀਆਂ ਨਿਕਲ ਰਹੀਆਂ ਨੇ ਥਾਂ ਥਾਂ 'ਤੇ ਗੁਰੂ ਕੀ ਯਾਦ ਵਿੱਚ। ਸੋ ਇਹ ਪ੍ਰਭਾਤ ਫੇਰੀਆਂ ਜਿਹੜੀਆਂ ਨਿਕਲ ਰਹੀਆਂ, ਭਾਵੇਂ ਕਈ ਵਿਦਵਾਨ ਇਹਦੇ 'ਤੇ ਕਿੰਤੂ ਪਰੰਤੂ ਵੀ ਬੜਾ ਕਰਦੇ ਨੇ, ਪਰ ਜਿਨ੍ਹਾਂ ਦਾ ਪਿਆਰ ਹੁੰਦਾ ਉਹ ਕਿਸੇ ਦੀ ਗੱਲ ਸੁਣ ਕਰਕੇ ਰੁਕਦੇ ਨਹੀਂਗੇ। ਇਹ ਧਿਆਨ ਦੇਣਾ। ਕਹਿਣ ਵਾਲਿਆਂ ਕਈ ਜਾਣਾ ਹੁੰਦਾ ਹੈ
ਕਹਿਣ ਵਾਲਿਆਂ ਤੇ ਗੁਰੂ ਰਾਮਦਾਸ ਜੀ ਨੂੰ ਬੜਾ ਕੁਝ ਕਿਹਾ ਸੀ। ਜਦੋਂ ਲਾਹੌਰ ਤੇ ਆਏ ਤੇ ਕਹਿ ਦਿੱਤਾ ਸੀ ਕਿ ਇਹ ਨਿਕੰਮਾ ਨਿਕਲਿਆ ਹੈ, ਇੱਥੇ ਆ ਕੇ ਟੋਕਰੀ ਢੋਂਦਾ ਫਿਰਦਾ ਸਹੁਰਿਆਂ ਦੇ ਘਰ। ਪਰ ਧੰਨ ਗੁਰੂ ਰਾਮਦਾਸ ਪਾਤਸ਼ਾਹ, ਉਹਨਾਂ ਨੇ ਉਹ ਅਕੀਦਾ ਛੱਡਿਆ ਨਹੀਂ। ਕਹਿ ਦਿੱਤਾ ਸੀ ਕਿ ਅਬ ਹਮ ਚੱਲੀ ਠਾकुर ਪਹਿ ਹਾਰ, ਜਬ ਹਮ ਸਰਣ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੈ ਮਾਰ। ਲੋਕਣ ਕੀ ਚਤਰਾਈ ਉਪਮਾ ਤੇ ਬੈ ਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਸਾਨੂੰ ਨਹੀਂ ਕਿਸੇ ਦੀ ਪ੍ਰਵਾਹ, ਭਾਵੇਂ ਕੋਈ ਚੰਗਾ ਆਖੀ ਜਾਓ ਤੇ ਭਾਵੇਂ ਕੋਈ ਬੁਰਾ ਆਖੀ ਜਾਓ, ਅਸੀਂ ਤਾਂ ਗੁਰੂ ਦੀ ਖੁਸ਼ੀ ਲੈਣੀ। ਗੁਰੂ ਦੀ ਖੁਸ਼ੀ ਗੁਰਮੁਖੋਂ ਮਿਲਦੀ ਇੱਦਾਂ ਹੈ। ਬੜੇ ਲੋਕ ਰੋਕਣ ਵਾਲੇ ਟੋਕਣ ਵਾਲੇ ਹੁੰਦੇ ਬਿਨਾਂ ਵਜ੍ਹਾ ਤੋਂ, ਪਰ ਗੁਰੂ ਕੀ ਸੇਵਾ ਸਿੱਖ ਕਰਦੇ ਨੇ। ਖੁਸ਼ੀ ਆ ਅੱਜ ਵੀ ਸੰਗਤਾਂ ਪ੍ਰਭਾਤ ਫੇਰੀਆਂ ਕੱਢਦੀਆਂ ਨੇ, ਭਾਵੇਂ ਬੜੇ ਨਿਕੰਮੇ ਵਿਦਵਾਨ ਇਹਨਾਂ ਚੀਜ਼ਾਂ ਦਾ ਵਿਰੋਧ ਵੀ ਕਰਦੇ ਨੇ। ਰਹੋ ਵਿਚਾਰ। ਸੋ ਮੈਂ ਇਸ ਵਿਸ਼ੇ ਵੱਲ ਬਹੁਤਾ ਨਾ ਜਾਵਾਂ। ਗੁਰੂ ਪਿਆਰ ਵਾਲਿਓ, ਉੱਥੇ ਪਾਤਸ਼ਾਹ ਨੇ ਹੁਣ ਪਿਤਾ ਤੇ ਪੁੱਤਰ ਕੀਰਤਨ ਕਰ ਰਿਹਾ ਤੇ ਪਿਤਾ ਸੁਣ ਰਿਹਾ। ਪ੍ਰਕਾਸ਼ ਪੁਰਬ ਦਾ ਜ਼ਿਕਰ ਮੈਂ ਕਿਉਂ ਕੀਤਾ? ਕਿਉਂਕਿ ਪ੍ਰਕਾਸ਼ ਪੁਰਬ ਤੇ ਆਪਾਂ ਸਰਵਣ ਕਰਨਾ ਹੈ। ਅਕਾਲ ਪੁਰਖ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭੇਜਿਆ ਤੇ ਪਾਤਸ਼ਾਹ ਆਪ ਲਿਖਦੇ ਨੇ, ਸਾਡਾ ਆਉਣ ਨੂੰ ਚਿੱਤ ਨਹੀਂ ਸੀ ਕਰਦਾ। ਪਾਤਸ਼ਾਹ ਦੇ ਬਚਨ ਨੇ, ਚਿਤ ਨਾ ਭਇਓ ਹਮਰੋ ਆਵਣ ਕਹਿ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮਹਿ। ਸਾਡੀ ਸੁਰਤ ਪ੍ਰਭੂ ਦੇ ਚਰਨਾਂ ਵਿੱਚ ਚੁਭੀ ਹੋਈ ਲੱਗੀ ਹੋਈ ਸੀ, ਸਾਡਾ ਚਿੱਤ ਨਹੀਂ ਸੀ ਕਰਦਾ ਆਉਣ ਨੂੰ। ਪਰ ਜਿਉਂ ਤਿਉਂ ਪ੍ਰਭ ਹਮਕੋ ਸਮਝਾਇਓ, ਇਮ ਕਹਿ ਕਹਿ ਇਹ ਲੋਕ ਬਿਠਾਇਓ। ਜਿਵੇਂ ਕਿਵੇਂ ਪ੍ਰਭੂ ਨੇ ਸਾਨੂੰ ਸਮਝਾਇਆ, ਇਸ ਤਰ੍ਹਾਂ ਕਹਿ ਕਰਕੇ ਇਸ ਲੋਕ ਤੇ ਭੇਜਿਆ। ਕੀ ਕਹਿ ਕੇ ਭੇਜਿਆ? ਅਕਾਲ ਪੁਰਖ ਬਾਜ ਚੌਪਈ, ਅਕਾਲ ਪੁਰਖ ਦੇ ਬਚਨ। ਅਕਾਲ ਪੁਰਖ ਨੇ ਕੀ ਆਖਿਆ ਸੀ? ਮੈਂ ਆਪਣਾ ਸੁਤ ਤੋਹੇ ਨਵਾਜਾ, ਪੰਥ ਪਰਜਰ ਕਰਬੇ ਕਉ ਸਾਜਾ। ਜਹਾਂ ਤਹਾਂ ਤੈ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਅਕਾਲ ਪੁਰਖ ਨੇ ਆਖਿਆ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖਦੇ ਨੇ ਕਿ ਪਰਮੇਸ਼ਰ ਨੇ ਆਖਿਆ, ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਭੇਜ ਰਿਹਾ, ਪੰਥ ਸਾਜਣ ਵਾਸਤੇ ਭੇਜ ਰਿਹਾ। ਇੱਥੋਂ ਸਿੱਧ ਹੋ ਗਿਆ ਕਿ ਕਲਗੀਧਰ ਪਾਤਸ਼ਾਹ ਅਕਾਲ ਪੁਰਖ ਦੇ ਪੁੱਤਰ ਨੇ। ਤੇ ਫਿਰ ਪੁੱਤਰ ਨੇ ਕੀਰਤਨ ਕੀਤਾ ਤੇ ਪਿਤਾ ਨੇ ਸੁਣਿਆ, ਤੀਜਾ ਕੋਈ ਨਹੀਂ ਸੀ। ਮਾਛੀਵਾੜੇ ਦੇ ਜੰਗਲਾਂ ਵਿੱਚ ਕੀਰਤਨ ਕਿਹੜਾ ਕੀਤਾ ਸੀ? ਧਿਆਨ ਦਿਓ। ਖਿਆਲ ਪਾਤਸ਼ਾਹੀ 10ਵੀਂ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ। ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ। ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਇਸ ਪਾਵਨ ਸ਼ਬਦ ਦਾ ਕੀਰਤਨ ਮੇਰੇ ਪਾਤਸ਼ਾਹ ਨੇ ਉੱਥੇ ਕੀਤਾ ਹੈ। ਆਖਿਆ ਮੇਰੇ ਪਿਆਰੇ ਮਿੱਤਰ ਨੂੰ, ਤੇ ਇਹ ਹਾਲ ਜਿਹੜਾ ਮੁਰੀਦਾਂ ਦਾ ਕਹਿਣਾ ਕਹਿ ਰਹੇ ਹਾਂ ਕਿ ਤੁਧ ਬਿਨ ਰੋਗ ਰਜਾਈਆਂ ਦਾ ਓਢਣ। ਤੇਰੀ ਯਾਦ ਤੋਂ ਬਿਨਾਂ ਜਿਹੜੀਆਂ ਰਜਾਈਆਂ ਲੈਣੀਆਂ ਨੇ, ਇਹ ਵੀ ਰੋਗ ਨੇ, ਇਹ ਵੀ ਦੁਖਦਾਈ ਨੇ। ਨਾਗ ਨਿਵਾਸਾਂ ਦੇ ਰਹਿਣਾ, ਜਿਵੇਂ ਨਾਗ ਹਨ ਸੱਪ, ਸੱਪਾਂ ਦੇ ਘਰ ਵਿੱਚ ਰਹਿਣ ਦੇ ਬਰਾਬਰ ਹੈ। ਜੇ ਤੇਰੀ ਯਾਦ ਨਹੀਂ ਗੀ, ਜੇ ਤੇਰਾ ਸਿਮਰਨ ਨਹੀਂ, ਤੇਰੀ ਬੰਦਗੀ ਨਹੀਂ। ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ। ਇਹ ਸੁਰਾਈਆਂ ਦੇ ਵਿੱਚ ਪਿਆਲੇ ਪੀਣੇ ਅਤੇ ਸੋ ਪਿਆਲੇ ਭਰ ਭਰ ਕੇ ਪੀਣੇ, ਭਾਵ ਦੁਨੀਆ ਦੇ ਪਦਾਰਥ ਛਕਣੇ ਛਕਾਉਣੇ। ਇਹ ਤੇਰੀ ਯਾਦ ਤੋਂ ਬਿਨਾਂ ਸੂਲ ਦੀ ਤਰ੍ਹਾਂ, ਸੂਲ ਕਹਿੰਦੇ ਨੇ ਪੀੜਾ ਨੂੰ, ਦਰਦ ਨੂੰ, ਜਿਹੜੀ ਅੰਦਰੋਂ ਉੱਠਦੀ ਹੈ ਤੇ ਬੰਦੇ ਨੂੰ ਤੜਫਾ ਦਿੰਦੀ ਹੈ। ਸੋ ਉਸ ਪੀੜਾ ਵਰਗੇ ਨੇ ਇਹ ਪਿਆਲੇ, ਉਹ ਖੰਜਰ ਦੀ ਪੀੜਾ ਵਰਗੇ ਨੇ। ਜਦੋਂ ਖੰਜਰ ਵੱਜਦਾ ਹੈ ਤੇ ਦਰਦ ਹੁੰਦੀ ਹੈ, ਇਸ ਤਰ੍ਹਾਂ ਦੇ ਨੇ ਜੇ ਤੇਰੀ ਯਾਦ ਨਹੀਂ। ਤੇ ਬਿੰਗ ਕਸਾਈਆਂ ਦਾ ਸਹਿਣਾ, ਜਿਵੇਂ ਕਸਾਈ ਬਿੰਗ ਵਿੰਗੇ ਟੇਢੇ, ਬਿੰਗ ਦਾ ਅਰਥ ਹੁੰਦਾ ਵਿੰਗਾ, ਵਿੰਗੇ ਟੇਢੇ ਤਰੀਕੇ ਨਾਲ ਪਸ਼ੂਆਂ ਨੂੰ ਮਾਰਦੇ ਨੇ ਕੋਹ ਕੇ, ਤੇ ਕਿੰਨਾ ਦਰਦ ਉਹਨਾਂ ਨੂੰ ਹੁੰਦਾ ਹੈ। ਕਹਿੰਦੇ ਰੱਬ ਦੀ ਯਾਦ ਤੋਂ ਬਿਨਾਂ ਇਸ ਤਰ੍ਹਾਂ ਦਾ ਦਰਦ ਹੈ, ਇਸ ਤਰ੍ਹਾਂ ਦੀ ਹਾਲਤ ਹੈ।
यारड़े दा सानू सत्थर चंगा। जे यार दी परमेश्वर दी याद है तो धरती ते पए भी चंगे हाँ। पट खेड़ियां दा रहना, खेड़ियां दा खुशियां खेड़ियां दा रहना, वो पट पवे सड़ जावे, जिथे रब दी याद नहीं वो रहना की है। ये पावन गुरबाणी दा कीर्तन गाविया है। सो गुरु प्यार वालियो, उथे ही भाई मान सिंह ते पंजां प्यारियां विचों भाई दया सिंह ते भाई धर्म सिंह, ये तीन सिंह तारियां दी सेध दे जांदियां होया माछीवाड़े दे जंगलां विच कलगीधर पातशाह दे कोल गए। नेड़े ही गुलाबे ते पंजाबे दा बाग सी, जो मसंद सन गुरु घर दे। बाग दा माली उत्थे विचरदा पिया सी। पहला वो मिलिया है भाई धर्म सिंह ते भाई मान सिंह ते भाई दया सिंह जी नूं। उन्हें तकिया, वो हैरान होया है। वो कहन लगा भी जिहो जे ये तीन ने, इन्हां वर्गा एक उत्थे लम्मे पिया होया। क्योंकि सारियां दा रूप पातशाह ने एको बनाया न, खालसा मेरो रूप है खास, खालसे मैं हाओ करो निवास। ये भी विद्वानां ने लिखिया है कि जदों कलगीधर पातशाह ने 1699 की विसाखी नूं खालसा पंथ की साजना कीती सी, पंजां दे सिर लए ते गुरु प्यार वाल फिर उन्हां नूं सुरजीत कीता, बाणे पहनाए, त्यार बर त्यार करके बाणे पहना करके सचेत ते आए। ते अबूअल तुरानी जिन्हें मौके की रिपोर्ट लिखी सी, वो लिखदा है कि उदों इउं नज़र आउंदा सी कि जिवें 6 कलगीधर पातशाह खलोते ने। 6 दे विचों पछाणिया नहीं सी जांदा भी कलगीधर कौन है, इक्को ही लगदे सी। कहंदे ने माली ने तकिया ते उहनूं पुछदे ने भाई दया सिंह भाई धर्म सिंह जी भी सतगुरु जी इत्थे आए। वो कहन लगा कि मैनू सतगुरु का तो पता नहीं, पर तुहाडे वर्गा एक उत्थे भी लम्मे पिया है। उस वेले हैरान होए, हौली हौली बोझ बोझ के पैर रखदियां होए गए ने कि पातशाह जी लम्मे पए ने, नींद ना खुल जावे। जदों कोल गए मत्था टेकिया, सतगुरां दे चरण तके ना, नेत्र भर आए। चरण लहू लुहान सन, लत्तां भी लहू लुहान सन, क्योंकि पातशाह जी नंगे चरनी चल करके आए। रस्ता बिखड़ा सी जंगल दा। ते गुरु प्यार वालियो, उस वेले नेत्रां विचों जल वह तुरिया है। पातशाह दे नेत्र खुले ने, तकिया है, आ गए 3 सिंह। महाराज बड़े खुश होए ने। पातशाह दा शरीर निढाल होया सी। बाग दे विच एक खूह सी। महाराज नूं सिंह उथे आप लै करके गए ने। जा करके इशनान करवाया सतगुरु पातशाह महाराज दा। कहंदे ने सतगुरां ने जिहड़ा एक शहरा पहनिया सी, वो पट्टां विच खुबिया पिया सी। इतिहासकार लिखदे ने, क्योंकि कई दिन हो गए सन जंग करदिआं, ते उत्थे किहड़ा इशनान करन दा समां सी, ते ना ही पानी मुगलां ने रहण दित्ता सी। ध्यान देना, वो हौली हौली जल ला करके ਸਿੰਘਾਂ ने वो कशहरा मास दे विचों बाहर कढ़िया। इन्ने हालात होए पए सन। उत्थे गुरु प्यार वाले पातशाह ने इशनान कीता है। उत्थे ही जा करके बाग दे माली ने गुलाबे ते पंजाबे नूं जा करके दस्सिया है कि तेरे बाग दे विच सतगुरु कलगीधर पातशाह जी आए ने। उत्थे ही पिटावां लै करके सो गुलाबा ते पंजाबा आए ने, आ मत्था टेकिया है। सतगुरां नूं बेनती करके घरे लै गए। अपने चुबारे दे विच आसन लवाया है। हुण इत्थे थोड़ा जिहा रुक जाइए। हुण आपां ये समझना कि पातशाह जी चमकौर तो माछीवाड़े क्यों गए, होर पासे क्यों नहीं गए, क्योंकि थां ते होर भी बड़े। हुण पातशाह ने केवल माछीवाड़ा क्यों चुनिया, उस पासे क्यों गए ने। इत्थे इतिहासकारां ने एक बचन लिखिया है
ਇਹ ਤਿੰਨ ਬਚਨ ਇਤਿਹਾਸ ਵਿੱਚੋਂ ਮਿਲਦੇ ਨੇ। ਇੱਕ 6ਵੇਂ ਪਾਤਸ਼ਾਹ ਦੇ ਵੇਲੇ ਦਾ, ਇੱਕ 9ਵੇਂ ਪਾਤਸ਼ਾਹ ਦੇ ਵੇਲੇ ਦਾ ਤੇ ਇੱਕ 10ਵੇਂ ਪਾਤਸ਼ਾਹ ਦੇ ਵੇਲੇ ਦਾ। ਤੇ ਤਿੰਨੇ ਬਚਨ ਬੜੇ ਅਮੋਲਕ ਨੇ। ਤੱਕਣਾ ਕਿਤੇ 6ਵੇਂ ਪਾਤਸ਼ਾਹ ਦੇ ਵੇਲੇ ਵੀ ਇੱਕ ਮਾਈ ਹੋਈ ਹੈ, ਮਾਈ ਭਾਗ ਭਰੀ। ਇਹ ਕਸ਼ਮੀਰ ਦੀ ਰਹਿਣ ਵਾਲੀ ਸੀ, ਸ਼੍ਰੀਨਗਰ ਦੀ ਰਹਿਣ ਵਾਲੀ ਸੀ ਵਿਦਵਾਨਾਂ ਦੀ ਲਿਖਤ ਮੁਤਾਬਕ। ਇਹ ਮਾਤਾ ਭਾਗ ਭਰੀ। ਉੱਥੇ ਜਦੋਂ ਸਤਿਗੁਰਾਂ ਦਾ ਸਿੱਖ ਗਿਆ ਸੀ ਭਾਈ ਮਾਧੋ ਪ੍ਰਚਾਰ ਕਰਨ ਵਾਸਤੇ, 5ਵੇਂ ਪਾਤਸ਼ਾਹ ਦਾ ਸਿੱਖ, ਕਾਫੀ ਦਿਨ ਰਹਿ ਕੇ ਉੱਥੇ ਪ੍ਰਚਾਰ ਕੀਤਾ। ਬੜੀ ਸੰਗਤ ਗੁਰੂ ਘਰ ਨਾਲ ਜੁੜੀ। ਇਹ ਮਾਤਾ ਵੀ ਆਉਂਦੀ ਰਹੀ। ਇਹਦੇ ਅੰਦਰ ਭਾਵਨਾ ਬਣ ਗਈ ਕਿ ਮੈਂ ਸਤਿਗੁਰਾਂ ਦੇ ਦਰਸ਼ਨ ਕਰਨੇ ਆ। ਪਰ ਹੈ ਬਜ਼ੁਰਗ, ਭਾਈ ਸਾਹਿਬ ਨੂੰ ਮਿਲੀ, ਮੈਂ ਸਤਿਗੁਰਾਂ ਦੇ ਦਰਸ਼ਨ ਕਰਨੇ ਆ ਪਰ ਮੈਂ ਜਾ ਨਹੀਂ ਸਕਦੀ, ਮੈਂ ਬਜ਼ੁਰਗ ਹਾਂ, ਦੂਰ ਬੜੀ ਹੈ। ਭਾਈ ਸਾਹਿਬ ਨੇ ਆਖਿਆ ਕੋਈ ਗੱਲ ਨਹੀਂ ਮਾਤਾ ਜੀ, ਜਾਣ ਦੀ ਲੋੜ ਹੀ ਨਹੀਂ, ਤੂੰ ਇੱਥੇ ਸੱਚੇ ਮਨੋਂ ਜਪ ਅਰਾਧਨਾ ਕਰ, ਮੇਰੇ ਪਾਤਸ਼ਾਹ ਇੱਥੇ ਵੀ ਆ ਜਾਣਗੇ। ਹੁਣ ਉਹ ਮਾਈ ਉਦੋਂ ਤੋਂ ਲੈ ਕਰਕੇ ਜਾਪ ਕਰਦੀ ਪਈ ਹੈ। ਉਸਨੇ ਸੂਤ ਕੱਤ ਕਰਕੇ ਇੱਕ ਬਸਤਰ ਤਿਆਰ ਕਰਵਾਇਆ ਹੈ ਕਿ ਜਦੋਂ ਪਾਤਸ਼ਾਹ ਇੱਥੇ ਆਉਣਗੇ ਤੇ ਮੈਂ ਇਹ ਪਾਵਨ ਬਸਤਰ ਆਪਣੇ ਹੱਥੀਂ ਸਤਿਗੁਰਾਂ ਨੂੰ ਪਹਿਰਾਉਣਾ ਹੈ। ਸੋ ਉਹ ਬਸਤਰ ਤਿਆਰ ਕਰਵਾਇਆ ਤੇ ਉਸ ਬਸਤਰ ਦੀ ਵੀ ਪੂਜਾ ਕਰਦੀ ਕਿ ਮੇਰੇ ਪਾਤਸ਼ਾਹ ਨੇ ਪਹਿਨਣਾ ਹੈ, ਉਹਨੂੰ ਵੀ ਮੱਥੇ ਟੇਕਦੀ ਹੈ। ਭਾਵਨਾ ਬੜੀ ਹੈ। ਭਾਈ ਸੇਵਾ ਰਾਮ ਉਸ ਮਾਈ ਦੇ ਪੁੱਤਰ ਦਾ ਨਾਂ ਹੈ। ਹੁਣ ਸੇਵਾ ਰਾਮ ਕਈ ਵਾਰ ਬਾਹਰ ਜਾਂਦਾ ਹੈ ਤੇ ਲੋਕ ਇਹਨੂੰ ਮਖੌਲ ਵੀ ਕਰਦੇ ਨੇ ਕਿ ਆਪਣੀ ਮਾਤਾ ਨੂੰ ਸਮਝਾ, ਇੱਥੇ ਕਿਸੇ ਨਹੀਂ ਆਉਣਾ, ਐਡੀ ਦੂਰ ਕਿੰਨੇ ਆਉਣਾ ਚੱਲ ਕਰਕੇ। ਸੇਵਾ ਰਾਮ ਵੀ ਕਈ ਵਾਰ ਡੋਲ ਜਾਂਦਾ ਹੈ ਤੇ ਮਾਤਾ ਨੂੰ ਉਸੇ ਤਰ੍ਹਾਂ ਜਾ ਕੇ ਬਚਨ ਕਹਿੰਦਾ ਹੈ ਤੇ ਮਾਈ ਕਹਿੰਦੀ ਨਹੀਂ ਪੁੱਤਰ, ਤੈਨੂੰ ਭਰੋਸਾ ਨਹੀਂਗਾ, ਪਰ ਮੈਨੂੰ ਪਤਾ ਹੈ ਮੇਰਾ ਮਾਲਕ ਇੱਥੇ ਜ਼ਰੂਰ ਆਵੇਗਾ। ਸਮਾਂ ਬੀਤਦਾ ਗਿਆ, ਬਜ਼ੁਰਗੀ ਵੱਧਦੀ ਗਈ, ਇੱਥੋਂ ਤੱਕ ਕਿ ਨੇਤਰਾਂ ਦੀ ਰੌਸ਼ਨੀ ਵੀ ਚਲੀ ਗਈ। ਹੁਣ ਪ੍ਰੇਮ ਵੀ ਵੱਧਦਾ ਗਿਆ। 6ਵੇਂ ਪਾਤਸ਼ਾਹ ਚੱਲ ਕਰਕੇ ਉੱਥੇ ਗਏ, ਜਾ ਦਰਵਾਜ਼ਾ ਖੜਕਾਇਆ ਹੈ। ਸੇਵਾ ਰਾਮ ਨੇ ਦਰਵਾਜ਼ਾ ਖੋਲ੍ਹਿਆ, ਤੱਕਿਆ ਘੋੜੇ ਤੇ ਅਸਵਾਰ 6ਵੇਂ ਪਾਤਸ਼ਾਹ ਨੇ। ਸੋ ਉਸ ਵੇਲੇ ਸਿਆਣ ਲਿਆ ਮਹਾਰਾਜ ਨੂੰ, ਭੱਜ ਕਰਕੇ ਦੌੜ ਕਰਕੇ ਸਤਿਗੁਰਾਂ ਨੂੰ ਮੱਥਾ ਟੇਕਣ ਦਾ ਵੀ ਚੇਤਾ ਭੁੱਲ ਗਿਆ। ਭੱਜ ਕਰਕੇ ਆਪਣੀ ਮਾਤਾ ਕੋਲ ਗਿਆ ਹੈ, ਜਾ ਕੇ ਕਹਿਣ ਲੱਗਾ ਮਾਂ ਜਿਨ੍ਹਾਂ ਸਤਿਗੁਰਾਂ ਨੂੰ ਤੂੰ ਚੇਤੇ ਕਰਦੇ ਸੀ ਉਹ ਮਹਾਰਾਜ ਆ ਗਏ ਨੇ। ਮਾਈ ਦੀ ਖੁਸ਼ੀ ਦੀ ਹੱਦ ਨਾ ਰਹੀ, ਕਹਿਣ ਲੱਗੀ ਜਾ ਸਤਿਗੁਰਾਂ ਨੂੰ ਲੈ ਕਰਕੇ ਆਓ। ਸਤਿਗੁਰਾਂ ਨੂੰ ਘਰੇ ਲੈ ਕਰਕੇ ਗਏ, ਪਲੰਘਾ ਵਿਛਾਇਆ ਹੈ, ਮਹਾਰਾਜ ਨੂੰ ਪਲੰਘ ਤੇ ਬਿਠਾਇਆ ਹੈ। ਮਾਈ ਚੱਲ ਕਰਕੇ ਆਈ, ਸਤਿਗੁਰਾਂ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਹੈ ਅਤੇ ਅੱਖਾਂ ਦੇ ਵਿੱਚੋਂ ਜਲ ਵਗ ਰਿਹਾ ਹੈ ਤੇ ਸਿਰ ਚੁੱਕਦੀ ਨਹੀਂ। ਕਹਿ ਰਹੀ ਮਹਾਰਾਜ ਅੱਜ ਤੁਸੀਂ ਆਏ ਜੇ ਦਰਸ਼ਨ ਦੇਣ ਵਾਸਤੇ, ਪਰ ਮੇਰੇ ਭਾਗ ਸ਼ਾਇਦ ਚੰਗੇ ਨਹੀਂ ਸੀ, ਉਦੋਂ ਪਹਿਲਾਂ ਮੇਰੀਆਂ ਅੱਖਾਂ ਸਾਥ ਛੱਡ ਗਈਆਂ ਜਿਨ੍ਹਾਂ ਦੇ ਨਾਲ ਮੈਂ ਦਰਸ਼ਨ ਕਰਨੇ ਸੀ। ਮਹਾਰਾਜ ਕਹਿਣ ਲੱਗੇ ਮਾਤਾ ਤੂੰ ਆਪਣਾ ਮੁੱਖ ਤਾਂ ਉੱਪਰ ਚੁੱਕ ਤੇ ਇਹ ਹੱਥ ਜਿਹੜੇ ਆਪਣੀਆਂ ਅੱਖਾਂ ਨੂੰ ਲਾ। ਜਦੋਂ ਸਤਿਗੁਰਾਂ ਦਾ ਬਚਨ ਮੰਨ ਕਰਕੇ ਸਤਿਗੁਰਾਂ ਦੇ ਚਰਨਾਂ ਨਾਲ ਲੱਗੇ ਹੋਏ ਹੱਥ ਆਪਣੀਆਂ ਅੱਖਾਂ ਤੇ ਫੇਰੇ, ਅੱਖਾਂ ਖੋਲੀਆਂ ਤੇ ਸਤਿਗੁਰਾਂ ਦਾ ਸਰੂਪ ਸਾਹਮਣੇ ਨਜ਼ਰ ਆਇਆ, ਨਿਗਾਹ ਵੀ ਵਾਪਸ ਆ ਗਈ ਹੈ। ਸੋ ਉਸ ਵੇਲੇ ਸਤਿਗੁਰਾਂ ਦੇ ਦਰਸ਼ਨ ਕੀਤੇ, ਬਹੁਤ ਖੁਸ਼ ਹੋਈ ਹੈ। ਝੱਟ ਉਹ ਬਸਤਰ ਸਤਿਗੁਰਾਂ ਦੇ ਕੋਲ ਲਿਆਂਦਾ ਹੈ ਤੇ ਚਰਨਾਂ 'ਚ ਭੇਟਾ ਕੀਤਾ, ਮਹਾਰਾਜ ਆ ਮੇਰੀ ਭੇਟਾ ਪ੍ਰਵਾਨ ਕਰੋ ਤੇ ਇਹ ਹੁਣੇ ਹੀ ਪਹਿਨਣਾ ਕਰੋ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਉਹ ਬਸਤਰ ਸਰੀਰ ਤੇ ਪਹਿਨਿਆ ਹੈ। ਆਖਿਆ ਮਾਤਾ ਜੀ ਹੋਰ ਦੱਸੋ? ਆਖਿਆ ਨਹੀਂ, ਇਹੋ ਭਾਵਨਾ ਸੀ, ਚਿੱਤ ਤੇ ਬੜੇ ਚਿਰ ਦਾ ਕਰਦਾ ਸੀ ਸਰੀਰ ਤਿਆਗ ਦੇਣਾ, ਪਰ ਇਹ ਜਿੰਦ ਤੁਹਾਡੇ ਦਰਸ਼ਨਾਂ ਵਾਸਤੇ ਖਲੋਤੀ ਸੀ, ਨਹੀਂ ਤੇ ਹੁਣ ਨੂੰ ਕਦੇ ਦਾ ਸਰੀਰ ਤਿਆਗ ਦੇਣਾ ਸੀ।
ਇੰਨੇ ਬਚਨ ਕਹਿ ਕਰਕੇ ਪਾਤਸ਼ਾਹ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਮਾਤਾ ਭਾਗ ਭਰੀ ਨੇ ਸਰੀਰ ਉੱਥੇ ਹੀ ਤਿਆਗ ਦਿੱਤਾ, ਮੁੜ ਕੇ ਮੱਥਾ ਤਾਂ ਨਹੀਂ ਚੁੱਕਿਆ। ਇੱਕ ਤਾਂ ਉਹ ਮਾਈ ਸੀ, ਧਿਆਨ ਦੇਣਾ। ਦੂਜੀ ਮਾਈ ਦਾ ਜ਼ਿਕਰ ਆਉਂਦਾ ਹੈ ਜਦੋਂ ਆਪਾਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੂੰ ਜਾਈਏ ਨਾ, ਤੇ ਰਸਤੇ ਵਿੱਚ ਆਗਰੇ ਕਈ ਵਾਰ ਸੰਗਤ ਰੁਕਦੀ ਹੈ, ਤੇ ਆਗਰੇ ਦੇ ਵਿੱਚ ਤੁਸੀਂ ਉਸ ਅਸਥਾਨ ਦੇ ਦਰਸ਼ਨ ਕੀਤੇ ਹੋਣਗੇ ਜਿਸ ਅਸਥਾਨ ਦਾ ਨਾਂ ਹੈ ਗੁਰਦੁਆਰਾ ਮਾਈ ਥਾਨ। ਮਾਈ ਥਾਨ, ਉਹਦਾ ਨਾਂ ਹੀ ਮਾਈ ਥਾਨ ਹੈ ਕਿਉਂਕਿ ਉੱਥੇ ਵੀ ਇੱਕ ਮਾਈ ਨੇ ਕੱਪੜੇ ਦਾ ਥਾਨ ਭੇਟਾ ਕੀਤਾ, ਤਾਂ ਕਰਕੇ ਉਸ ਗੁਰਦੁਆਰੇ ਦਾ ਨਾਂ ਹੀ ਮਾਈ ਥਾਨ ਪਿਆ ਹੈ। ਜਦੋਂ 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਹਾਦਤ ਦੇਣ ਵਾਸਤੇ ਗਏ ਨਾ, ਉਦੋਂ ਦੋ ਕਾਰਨ ਸਨ ਉੱਥੇ ਜਾਣ ਦੇ। ਇੱਕ ਤਾਂ ਉੱਥੇ ਸੈਯਦ ਹਸਨ ਅਲੀ ਬਜ਼ੁਰਗ ਸਤਿਗੁਰਾਂ ਨੂੰ ਚੇਤੇ ਕਰ ਰਿਹਾ ਸੀ ਕਿ ਮਹਾਰਾਜ ਤੁਸੀਂ ਗ੍ਰਿਫਤਾਰੀ ਤਾਂ ਦੇਣੀ ਹੈ, ਕਿਉਂਕਿ ਮਹਾਰਾਜ ਦੀ ਗ੍ਰਿਫਤਾਰੀ ਦਾ ਇਨਾਮ 1000 ਰੁਪਈਆ ਰੱਖਿਆ ਸੀ ਉਦੋਂ ਪੰਜਾਬ ਦੇ ਵਿੱਚ। ਧਿਆਨ ਦੇਣਾ, ਇਹ ਖਬਰ 4 ਚੁਫੇਰੇ ਫੈਲ ਗਈ ਤੇ ਗੁਰੂ ਪਿਆਰ ਵਾਲਿਓ ਉਹ ਬੇਨਤੀਆਂ ਕਰਦਾ ਸੀ ਕਿ ਮਹਾਰਾਜ ਤੁਸੀਂ ਗ੍ਰਿਫਤਾਰੀ ਤਾਂ ਦੇਣੀ ਹੈ, ਜੇ ਕਿਤੇ ਮੇਰੇ ਰਾਹੀਂ ਗ੍ਰਿਫਤਾਰ ਹੋ ਜਾਵੋ ਤੇ ਉਹ 1000 ਰੁਪਈਆ ਮੈਨੂੰ ਮਿਲ ਜਾਵੇ ਤੇ ਮੈਂ ਬੜਾ ਗਰੀਬ ਹਾਂ, ਮੇਰਾ ਘਰ ਦਾ ਕਾਰਜ ਸੌਖਾ ਹੋ ਜਾਵੇ। ਇੱਕ ਤਾਂ ਇਹ ਕਾਰਨ ਸੀ। ਦੂਜਾ ਉਹ ਮਾਈ ਸਤਿਗੁਰਾਂ ਨੂੰ ਚੇਤੇ ਕਰ ਰਹੀ ਸੀ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਚੱਲ ਕਰਕੇ ਆਗਰੇ ਗਏ ਤੇ ਪਹਿਲਾਂ ਪਾਤਸ਼ਾਹ ਜੀ ਮਾਈ ਕੋਲ ਗਏ ਸਨ। ਉੱਥੇ ਮਾਈ ਦੇ ਕੋਲ 2 ਦਿਨ ਰਹੇ, ਇਤਿਹਾਸ ਦੀ ਲਿਖਤ ਮੁਤਾਬਕ 2 ਦਿਨ ਪਾਤਸ਼ਾਹ ਉੱਥੇ ਰਹੇ ਨੇ। ਮਾਤਾ ਜੀ ਨੇ ਸਤਿਗੁਰਾਂ ਨੂੰ ਵਸਤਰ ਭੇਟਾ ਕੀਤਾ ਹੈ ਤੇ ਇੱਕ ਥਾਨ ਨਾਲ ਦੇ ਸਿੱਖਾਂ ਨੂੰ ਵੀ ਦਿੱਤਾ ਮਾਈ ਜੀ ਮਾਤਾ ਜੀ ਨੇ। ਉੱਥੇ ਫਿਰ ਉਸ ਮਾਈ ਨੇ ਵੀ ਸਤਿਗੁਰਾਂ ਦੇ ਦਰਸ਼ਨ ਕਰਕੇ ਇਹ ਸੇਵਾ ਕਰਕੇ ਸਰੀਰ ਤਿਆਗ ਦਿੱਤਾ ਸੀ। ਧਿਆਨ ਦੇਣਾ, ਗੱਲ ਥਾਣ ਦੀ ਨਹੀਂ ਗੀ, ਕੱਪੜੇ ਤੇ ਅੱਜ ਆਪਣੇ ਕੋਲ ਵੀ ਬਹੁਤ ਹੈ, ਜੇ ਕੱਪੜਿਆਂ ਨਾਲ ਗੁਰੂ ਮਿਲਦਾ ਹੋਵੇ, ਇਹ ਨਹੀਂ ਗੱਲ। ਖੇਡ ਤੇ ਭਾਵਨਾ ਦੀ ਸੀ। ਧਿਆਨ ਦੇਣਾ, ਕਿਉਂਕਿ ਭਾਵਨਾ ਨਾਲ ਦਿੱਤੀ ਹੋਈ ਵਸਤੂ ਗੁਰੂ ਪ੍ਰਵਾਨ ਕਰਦਾ, ਭਾਵੇਂ ਉਹ ਕੱਪੜਾ ਹੋਵੇ ਤੇ ਭਾਵੇਂ ਉਹ ਕੋਈ ਹੋਰ ਵਸਤੂ ਹੋਵੇ। ਪਰ ਜੇ ਭਾਵਨਾ ਨਹੀਂ ਤੇ ਫਿਰ ਭਾਵੇਂ ਕਰੋੜਾਂ ਚੁੱਕੀ ਫਿਰੋ, ਗੁਰੂ ਨਹੀਂ ਪ੍ਰਵਾਨ ਕਰਦਾ। ਭਾਵਨਾ ਸੀ ਤੇ ਗੁਰੂ ਪਿਆਰ ਵਾਲਿਓ ਭਾਈ ਲਾਲੋ ਦੀ ਬਾਜਰੇ ਦੀ ਰੋਟੀ ਵੀ ਪ੍ਰਵਾਨ ਹੈ। ਭਾਵਨਾ ਨਹੀਂ ਸੀ ਤੇ ਮਲਕ ਭਾਗੋ ਦੇ ਪੂੜੇ ਪੂੜੀਆਂ ਵੀ ਪ੍ਰਵਾਨ ਨਹੀਂ ਸੀ। ਇਹ ਧਿਆਨ ਦੇਣਾ, ਖੇਡ ਭਾਵਨਾ ਦੀ। ਭਾਈ ਗੁਰਦਾਸ ਜੀ ਨੇ ਇੱਕ ਬਚਨ ਲਿਖਿਆ ਹੈ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰਾਖੈ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਕਹਿੰਦੇ ਨੇ ਭਾਵਨੀ ਭਗਤ ਭਾਏ, ਭਾਵਨਾ ਦੇ ਨਾਲ, ਪ੍ਰੇਮਾ ਭਗਤੀ ਦੇ ਨਾਲ ਕੋਈ ਕੌਡੀ ਵੀ ਗੁਰੂ ਅੱਗੇ ਰੱਖ ਦੇਵੇ ਤੇ ਸਤਿਗੁਰੂ ਪਾਤਸ਼ਾਹ ਉਸ ਨੂੰ ਸਾਰੇ ਖਜ਼ਾਨੇ ਬਖਸ਼ ਦਿੰਦੇ ਨੇ। ਸੋ ਗੁਰੂ ਪਿਆਰ ਵਾਲਿਓ, ਕਿਉਂ ਪਾਤਸ਼ਾਹ ਨੇ ਉੱਥੇ ਮਾਈ ਨੂੰ ਨਿਹਾਲ ਕੀਤਾ। 2 ਦਿਨ ਉੱਥੇ ਰਹੇ। ਉਸ ਤੋਂ ਬਾਅਦ ਫਿਰ ਪਾਤਸ਼ਾਹ ਜੀ ਨੇ ਸੈਯਦ ਹਸਨ ਅਲੀ ਦੇ ਰਾਹੀਂ ਗ੍ਰਿਫਤਾਰੀ ਦਿੱਤੀ। ਉਹ ਆਪਾਂ ਪ੍ਰਸੰਗ ਸਰਵਣ ਕੀਤਾ। ਹੁਣ ਇੱਥੇ ਮਾਚੀਵਾੜਾ ਸਾਹਿਬ ਆਉਣ ਦਾ ਕਾਰਨ ਕੀ ਹੈ? ਇੱਥੇ ਵੀ ਇੱਕ ਮਾਈ ਸੀ ਜਿਹਦਾ ਇਤਿਹਾਸਕਾਰਾਂ ਨੇ ਜ਼ਿਕਰ ਦਿੱਤਾ ਹੈ। ਇੱਥੇ ਰਹਿਣ ਵਾਲਾ ਇੱਕ ਨਿਹਾਲਾ ਖੱਤਰੀ ਸੀ। ਉਸ ਨਿਹਾਲੇ ਦੀ ਮਾਤਾ ਦਾ ਨਾਮ ਵਿਦਵਾਨਾਂ ਨੇ ਲਿਖਿਆ ਮਾਤਾ ਗੁਰਦੇਈ। ਉਹ ਵੀ ਸਤਿਗੁਰਾਂ ਨੂੰ ਯਾਦ ਕਰ ਰਹੀ ਸੀ। ਉਹਨੇ ਵੀ ਵਸਤਰ ਤਿਆਰ ਕੀਤਾ ਸੀ ਸਤਿਗੁਰਾਂ ਨੂੰ ਭੇਟਾ ਕਰਨ ਵਾਸਤੇ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਜਦੋਂ ਭਾਈ ਪੰਜਾਬਾ ਤੇ ਗੁਲਾਬਾ ਆਪਣੇ ਘਰ ਲੈ ਕੇ ਗਏ ਨਾ, ਚਵਾਰੇ ਦੇ ਵਿੱਚ ਆਸਣ ਲਾਇਆ ਤੇ ਪਾਤਸ਼ਾਹ ਕਹਿਣ ਲੱਗੇ, ਭਾਈ ਪੰਜਾਬਿਆ, ਇੱਥੇ ਇੱਕ ਮਾਤਾ ਹੈ, ਨਿਹਾਲੇ ਦੀ ਮਾਤਾ, ਮਾਤਾ ਗੁਰਦੇਈ, ਜਾ ਉਹਦੇ ਕੋਲੇ ਜਾ ਤੇ ਉਸ ਨੂੰ ਕਹਿਣਾ ਹੈ ਕਿ ਗੁਰੂ ਗੋਬਿੰਦ ਸਿੰਘ ਆਏ ਨੇ ਤੇ ਉਹਨਾਂ ਨੇ ਆਪਣਾ ਵਸਤਰ ਮੰਗਾਇਆ ਹੈ। ਧਿਆਨ ਦੇਣਾ,
रात का समा सी, कहते ने भाई पंजाबा चल करके गया, जा दरवाज़ा खड़काया, दरवाज़ा खोलिया, भाई निहाले ने। माता पुछदी कौन है इस वेले इन्नी रात गई। उस वेले भाई पंजाबे ने भाई निहाले नूं दस्सिया है कि सतगुरु कलगीधर पातशाह गुरु गोबिंद सिंह महाराज आए ने मेरे घर विच ने, अते उन्होंने मैनू भेजिया है कि जाओ माता नूं बुला के लियाओ, नाले उस माता दे कोल साडा बस्तर है, वो सानू बस्तर दिओ। उस वेले भाई निहाले ने दस्सिया कि माँ ये भाई पंजाबा आया है, तो जिस सतगुरां दी तू रोज़ आराधना करदी है, चेते करदी है, वो कलगीधर पातशाह धन गुरु गोबिंद सिंह महाराज भाई पंजाबे दे घर आए ने, ते उन्होंने भेजिया है कि जाओ माई नूं बुला के लियाओ, नाले माई कोल साडा बस्तर है, वो सानू बस्तर भेटा कीता जाए। माई दी खुशी दी हद ना रही। माता गुरदेई बस्तर लै करके सतगुरां दे चरनां विच आई ते आ मत्था टेकिया है। आख्या लिया माई साडा बस्तर। उस वेले वो बस्त्रां दा थान जिहड़ा माता ने भेटा कीता, जिहड़ा सूत दा अपने हत्थीं कत करके तैयार करवाया सी, बड़ा सुंदर सी। ते गुरु प्यार वालिओ उही बस्तर है जिसनों पातशाह ने बाद विच रखाया ते उचदा पीर बन लग्या कपड़े पहने नीले रंग दे, उही बस्तर सी जिहड़ा माई ने भेटा कीता। ध्यान देना। माता ने हाथ जोड़े ने, पातशाह कहन लगे दस माई की इच्छा तेरी। आख्या पातशाह कोई इच्छा नहीं, सारियां इच्छावां पूरियां हो गई हैं, बस ये जिंद सिर्फ तुहाडे दर्शना करके विच टिकी हुई सी, हुण दर्शन हो गए है, सेवा थाई पै गई है, तो हुण इस जिंद की भी लोड़ नहीं। उस वेले चरनां ते सिर रखिया तो उस माई ने भी शरीर त्याग दिता। ये कारण सी पातशाह दे माछीवाड़े जाण दा, नहीं तो होर किते भी जा सकते सन, पर उत्थे वो माता चेते कर रही सी। जिथे कोई सतगुरां नूं चेते करदा प्रेम नाल, मेरे पातशाह उत्थे जांदे ने, क्योंकि मेरे पातशाह दा अपना वचन है, साच कहो सुन लेहो सबै, जिन प्रेम कियो तिन ही प्रभ पायो। जिन्हां ने प्रेम कीता उन्हां ने पाया, ते मेरे पातशाह उत्थे जांदे ने। हुण ध्यान देना, गुरु प्यार वालिओ उत्थे पातशाह रहे। हुण भाई पंजाबा ते भाई गुलाबा सेवा तो करते ने, पर अंदर डर भी बैठ गया है, डोल गए ने भी किते सानू मुगल ना पकड़ लैण, क्योंकि मुगल पिछे आ रहे हैं, फौजां पिछे आ रही ने सतगुरां नूं लभदियां होइयां। क्योंकि इधर चमकौर की गढ़ी विचों पातशाह गढ़ी छड्ड करके आ गए ने। कलगी भाई संगत सिंह दे सीस ते सजा दित्ती सी, ते अज दा दिन सी जदों गुरु के सिंह जिहड़े बाकी रह गए सी, सातक सिंह, उन्हां सिंघां ने गढ़ी दा दरवाज़ा खोलिया, वैरियां दे नाल युद्ध मचाया है, ते कईयां नूं मौत दे घाट उतार करके वो गुरु के सिंह गुरु वास्ते कुर्बान हो गए। भाई संगत सिंह भी शहीद हो गए। ते जदों उन्होंने आकर के वेख्या, पहलां ते कई दिन भुलेखा पिया रहा है भी ये गुरु गोबिंद सिंह नूं असीं मार लिया है, क्योंकि महाराज अपनी कलगी भाई संगत सिंह दे सीस ते सजा आए सन। पर बाद विच पता लगा नहीं, ये गुरु गोबिंद सिंह नहीं गा। बड़े खफा होए सन भी इन्ना फौज भी असीं मरवाई है, फिर भी गुरु गोबिंद सिंह इत्थों निकल करके चला गया। गुरु प्यार वालिओ उस वेले पंजाबा ते गुलाबा दोवें डर गए सन भी जे फौजां नूं पता लग गया तो साडा परिवार नहीं छड्डना। डरदियां होयां ने उस वेले विद्वान लिखते ने कि एक थाल लिया, उहदे विच कुछ हीरे मोती जवाहरात रखे ने, अते एक दस्तार रखी है, ते सतगुरां नूं लिया करके मत्था टेकिया। हुण मत्था ते एक वार ते पहलां टेकीदा, जदों दूजी वार टेकना होवे उहदा अर्थ हुंदा भी हुण तुसीं जाओ, उहदा भाव इह हुंदा ना, हुण विदा करन लग्गिया मत्था टेकिया जांदा। इशारे नाल उन्हां ने ये गल कही सी
ਤੇ ਮਹਾਰਾਜ ਸਮਝ ਗਏ, ਕਿ ਬੀਬੀਆਂ ਨੇ ਆਖਿਆ ਸੀ ਨਾ ਘਰੋਂ ਵੀ ਸਤਿਗੁਰਾਂ ਨੂੰ ਭੇਜ ਦਿਓ, ਨਹੀਂ ਤੇ ਆਪਣਾ ਪਰਿਵਾਰ ਨਹੀਂ ਬਚਣਾ। ਡੋਲ ਗਏ ਸਨ ਭਾਈ ਪੰਜਾਬਾ ਤੇ ਭਾਈ ਗੁਲਾਬਾ ਵੀ। ਭੇਟਾ ਅੱਗੇ ਰੱਖੀ ਤੇ ਪਾਤਸ਼ਾਹ ਦੇ ਪਹਿਲਾਂ ਹੀ ਜਾਣ ਨੂੰ ਤਿਆਰ ਸੀ। ਕਹਿਣ ਲੱਗੇ, ਮਹਾਰਾਜ ਇੱਥੇ ਮੁਗਲਾਂ ਦਾ ਜ਼ੋਰ ਹੈ, ਆਪ ਜੀ ਕਿਸੇ ਸੁਰੱਖਿਅਤ ਥਾਂ ਤੇ ਚਲੇ ਜਾਓ। ਪਾਤਸ਼ਾਹ ਕਹਿਣ ਲੱਗੇ, ਭਾਈ ਪੰਜਾਬਿਆ ਗੁਲਾਬਿਆ ਡਰਦੇ ਕਾਹਤੋਂ ਜੇ, ਅਸੀਂ ਤੇ ਚਲੇ ਜਾਣਾ ਹੈ। ਉਹੀ ਬਸਤਰ ਜਿਹੜਾ ਮਾਈ ਨੇ ਭੇਟਾ ਕੀਤਾ ਸੀ, ਉਸ ਵੇਲੇ ਉਸ ਲਲਾਰੀ ਦਾ ਪਤਾ ਕਰਕੇ ਉਹ ਬਸਤਰ ਭੇਜਿਆ ਕਿ ਇਹ ਰੰਗ ਦਿੱਤਾ ਜਾਵੇ। ਲਲਾਰੀ ਕਹਿਣ ਲੱਗਾ, ਅਜੇ ਮੱਟ ਨਹੀਂ ਉੱਠਿਆ। ਪੁਰਾਣੇ ਸਮੇਂ ਵਿੱਚ ਮੱਟ ਜਿਹੜੇ ਰੰਗਿਆ ਜਾਂਦਾ ਸੀ, ਪਹਿਲਾਂ ਮੱਠ ਉਠਾਉਣਾ ਪੈਂਦਾ ਸੀ ਰੰਗ ਵਾਲਾ, ਫਿਰ ਜਾ ਕੇ ਰੰਗ ਚੜ੍ਹਦਾ ਸੀ। ਪਾਤਸ਼ਾਹ ਕਹਿਣ ਲੱਗੇ, ਇੱਥੇ ਸਾਰੇ ਮੱਟ ਉੱਠੇ ਹੋਏ ਆ, ਤੂੰ ਰੰਗਣ ਦਾ ਯਤਨ ਕਰ। ਜਦੋਂ ਉਸਨੇ ਮੱਟੀ ਖੋਲ੍ਹ ਕੇ ਵੇਖੀ ਤੇ ਰੰਗ ਤਾਂ ਬੜਾ ਸੁੰਦਰ ਬਸਤਰ ਵਿੱਚ ਪਾਇਆ, ਤੇ ਉਹ ਗੁਰੂ ਪਿਆਰ ਵਾਲਿਓ ਬਸਤਰ ਜਿਹੜਾ ਹੈ ਉਹ ਰੰਗ ਦੇਣਾ ਕੀਤਾ ਹੈ। ਉਸ ਵੇਲੇ ਨੀਲੇ ਰੰਗ ਦਾ ਬਸਤਰ ਉਹੀ ਮਾਈ ਵਾਲਾ ਜਿਹੜਾ ਰੰਗਾਉਣਾ ਕੀਤਾ ਹੈ, ਤੇ ਉਹੀ ਸਲਵਾ ਕਰਕੇ ਸਤਿਗੁਰਾਂ ਨੇ ਆਪ ਪਹਿਨਿਆ, ਅਤੇ ਗੁਰੂ ਪਿਆਰ ਵਾਲਿਓ ਨਾਲ ਦੇ ਸਿੰਘਾਂ ਨੂੰ ਵੀ ਉਹ ਬਸਤਰ ਪਹਿਨਾਏ ਨੇ। ਨੀਲੇ ਰੰਗ ਦੇ ਬਸਤਰ ਪਹਿਨੇ। ਉੱਥੇ ਨੇੜੇ ਹੀ ਭਾਈ ਗਣੀ ਖਾਂ ਤੇ ਭਾਈ ਨਬੀ ਖਾਂ ਸਤਿਗੁਰਾਂ ਦੇ ਚਰਨਾਂ ਵਿੱਚ ਆਏ। ਇਤਿਹਾਸਕਾਰ ਲਿਖਦੇ ਨੇ, ਭਾਈ ਗਣੀ ਖਾਂ ਤੇ ਨਬੀ ਖਾਂ ਸਤਿਗੁਰਾਂ ਨੂੰ ਪਹਿਲਾਂ ਜਾਣਦੇ ਸਨ। ਕਿਵੇਂ ਜਾਣਦੇ ਸਨ? ਇਹ ਘੋੜਿਆਂ ਦਾ ਵਪਾਰ ਕਰਦੇ ਸਨ ਤੇ ਕਈ ਵਾਰ ਆਨੰਦਪੁਰ ਸਾਹਿਬ ਘੋੜੇ ਵੇਚਣ ਵਾਸਤੇ ਗਏ ਸਨ, ਤੇ ਉੱਥੇ ਸਤਿਗੁਰਾਂ ਦੇ ਕੋਲ ਰਿਹਾ ਕਰਦੇ ਸਨ। ਭਾਵਨਾ ਵਾਲੇ ਸਨ, ਮੁਸਲਮਾਨ ਭਰਾ ਸਨ ਦੋਵੇਂ, ਤੇ ਉੱਥੇ ਸਤਿਗੁਰਾਂ ਦੇ ਕੋਲ ਕਈ ਦਿਨ ਰਹਿਣਾ। ਇਸ ਕਰਕੇ ਮਹਾਰਾਜ ਨਾਲ ਜਾਣ ਪਛਾਣ ਹੈ ਸੀ ਪਹਿਲਾਂ ਵੀ, ਅਤੇ ਸਤਿਗੁਰਾਂ ਤੇ ਭਾਵਨਾ ਰੱਖਦੇ ਸਨ। ਉੱਥੇ ਸਤਿਗੁਰੂ ਪਾਤਸ਼ਾਹ ਜੀ ਨੂੰ ਮਿਲੇ ਨੇ, ਅਤੇ ਉੱਥੋਂ ਚੱਲਣ ਦੀ ਤਿਆਰੀ ਕੀਤੀ, ਤੇ ਉੱਥੋਂ ਪਾਤਸ਼ਾਹ ਚੱਲੇ ਨੇ ਉੱਚ ਦਾ ਪੀਰ ਬਣ ਕਰਕੇ। ਧਿਆਨ ਦੇਣਾ, ਸਤਿਗੁਰਾਂ ਨੇ ਨੀਲੇ ਵਸਤਰ ਪਾਏ ਨੇ, ਕੇਸ ਖੁੱਲ੍ਹੇ ਛੱਡ ਕਰਕੇ ਪਿਛਾਂਹ ਨੂੰ ਉੱਪਰ ਦਸਤਾਰ ਬੰਨ੍ਹ ਲਈ, ਕਿਉਂਕਿ ਉੱਚ ਦਾ ਪੀਰ ਲੋਕ ਇਸ ਤਰ੍ਹਾਂ ਦਸਤਾਰ ਬੰਨ੍ਹਦੇ ਸਨ। ਪਾਤਸ਼ਾਹ ਨੇ ਉਸ ਵੇਲੇ ਦਸਤਾਰ ਸਜਾਈ ਹੈ, ਪਲੰਘਾ ਲਿਆ ਹੈ, ਪਲੰਘੇ ਦੇ ਉੱਪਰ ਸਤਿਗੁਰਾਂ ਨੂੰ ਬਿਠਾਇਆ ਹੈ। ਅਗਲੇ ਪਾਵਿਆਂ ਤੇ ਭਾਈ ਗਣੀ ਖਾਂ ਤੇ ਭਾਈ ਨਬੀ ਖਾਂ ਲੱਗੇ ਨੇ, ਪਿੱਛੇ ਭਾਈ ਧਰਮ ਸਿੰਘ ਤੇ ਮਾਨ ਸਿੰਘ, ਚਾਰ ਜਾਣਿਆਂ ਨੇ ਸਤਿਗੁਰਾਂ ਦਾ ਪਲੰਘਾ ਚੁੱਕਿਆ, ਕਿਉਂਕਿ ਉੱਚ ਦਾ ਪੀਰ ਇਸੇ ਤਰ੍ਹਾਂ ਜਾਂਦਾ ਸੀ। ਸੋ ਗੁਰੂ ਪਿਆਰ ਵਾਲਿਓ, ਭਾਈ ਦਇਆ ਸਿੰਘ ਜੀ ਨੇ ਚੌਰ, ਮੋਰਾਂ ਦੇ ਖੰਭਾਂ ਦਾ ਚੌਰ ਲਿਆ, ਉਹ ਹੱਥ ਵਿੱਚ ਪਕੜਿਆ, ਤੇ ਉਹ ਚੌਰ ਸਤਿਗੁਰਾਂ ਦੇ ਉੱਪਰ ਕਰਦੇ ਜਾ ਰਹੇ ਨੇ। ਚਲਦਿਆਂ ਅੱਗੇ ਗਏ ਨੇ। ਅੱਗੇ ਗੁਰੂ ਪਿਆਰ ਵਾਲਿਓ ਕਈ ਥਾਵਾਂ ਤੇ ਪਾਤਸ਼ਾਹ ਨੇ ਰੋਕਿਆ ਵੀ ਗਿਆ। ਇੱਕ ਥਾਂ ਨੇ ਸਤਿਗੁਰਾਂ ਨੂੰ ਇੱਕ ਥਾਂ ਤੇ ਰੋਕਿਆ ਗਿਆ, ਪੁੱਛਿਆ ਵੀ ਕੌਣ ਹੈ? ਦੱਸਿਆ ਭਾਈ ਗਣੀ ਖਾਂ ਤੇ ਨਬੀ ਖਾਂ ਨੇ ਵੀ ਉੱਚ ਦਾ ਪੀਰ ਹੈ ਜਾ ਰਿਹਾ। ਸੋ ਉਸੇ ਵੇਲੇ ਸਾਰੇ ਝੁਕ ਕੇ ਮੱਥਾ ਟੇਕਦੇ ਨੇ। ਨਵਾਬ ਨੇ ਪੁੱਛਿਆ ਕੌਣ ਹੈ? ਕਹਿਣ ਲੱਗੇ ਜੀ ਉੱਚ ਦਾ ਪੀਰ ਜਾ ਰਿਹਾ ਹੈ। ਤੇ ਉਸ ਵੇਲੇ ਗੁਰੂ ਪਿਆਰ ਵਾਲਿਓ ਆਖਿਆ, ਮੈਨੂੰ ਵੀ ਉੱਚ ਦੇ ਪੀਰ ਦੇ ਦਰਸ਼ਨ ਕਰਵਾਓ, ਉਹਨਾਂ ਨੂੰ ਕਹੋ ਮੈਨੂੰ ਵੀ ਦਰਸ਼ਨ ਦੇ ਕੇ ਜਾਣੇ। ਸੋ ਉਸ ਵੇਲੇ ਦਰਸ਼ਨ ਤਾਂ ਉਸਨੇ ਕੀਤੇ, ਉਹਨੂੰ ਸ਼ੱਕ ਪੈ ਗਿਆ ਸਤਿਗੁਰਾਂ ਦੇ ਉੱਪਰ। ਜਦੋਂ ਸ਼ੱਕ ਪੈ ਗਿਆ ਤੇ ਉਸਨੇ ਕਾਜੀ ਸਲਾਰਦੀਨ ਨੂੰ ਬੁਲਾਇਆ ਹੈ, ਹੋਰ ਕਾਜੀ ਬੁਲਾਏ ਨੇ ਸ਼ੱਕ ਕਰਨ ਵਾਸਤੇ ਵੀ ਕੌਣ ਹੈ। ਸਤਿਗੁਰਾਂ ਨੇ ਜਦੋਂ ਉਹਨਾਂ ਵੱਲ ਤੱਕਿਆ ਤੇ ਉਹਨਾਂ ਦੇ ਮਨ ਵੀ ਬਦਲ ਗਏ। ਉਹਨਾਂ ਨੇ ਵੀ ਆਖਿਆ, ਨਹੀਂ ਇਹ ਉੱਚ ਦਾ ਪੀਰ ਹੈ। ਤੇ ਹੇ ਨਵਾਬ ਜੀ, ਛੇਤੀ ਤੋਂ ਛੇਤੀ ਚਰਨੀ ਪੈ ਜਾਓ, ਅਜੇ ਉਹਨਾਂ ਦੇ ਮੁਖੋਂ ਕੋਈ ਬਚਨ ਨਹੀਂ ਨਿਕਲਿਆ। ਜੇ ਕੋਈ ਬਚਨ ਨਿਕਲ ਗਿਆ ਤੇ ਤੁਹਾਡਾ ਰਹਿਣਾ ਕੱਖ ਨਹੀਂ ਗਾ। ਉਸ ਵੇਲੇ ਉਹ ਨਵਾਬ ਵੀ ਚਰਨੀ ਪਿਆ ਹੈ। ਫਿਰ ਪਾਤਸ਼ਾਹ ਜੀ ਉੱਥੋਂ ਅੱਗੇ ਚਲਦਿਆਂ ਕਈ ਪਿੰਡ ਆਏ। ਫਿਰ ਕਿਤੇ ਸਮਾਂ ਬਣਿਆ ਤੇ ਉਹ ਸਾਰੇ ਪਿੰਡਾਂ ਦਾ ਵੇਰਵਾ ਆਪਾਂ ਸਰਵਣ ਕਰਾਂਗੇ, ਕਿਉਂਕਿ ਇੱਕ ਪਿੰਡ ਦੇ ਵਿੱਚ ਟਾਈਮ ਤਾਂ ਲੱਗੂਗਾ ਨਾ ਦੱਸਣ ਬਾਰੇ ਕਿ ਕੀ ਕੁਝ ਪਾਤਸ਼ਾਹ ਨੇ ਕੀਤਾ ਹੈ। ਸੋ ਪਾਤਸ਼ਾਹ ਜੀ ਉੱਥੋਂ ਅੱਗੇ ਗਏ। ਰਾਏ ਕੱਲੇ ਦੇ ਨਾਲ ਸਤਿਗੁਰਾਂ ਦਾ ਮੇਲ ਹੋਇਆ ਹੈ।
ਉੱਥੇ ਰਾਏ ਕੱਲੇ ਨੇ ਬੇਨਤੀ ਕੀਤੀ ਤੇ ਪਾਤਸ਼ਾਹ ਨੇ ਉਸ ਨੂੰ ਵੀ ਬਖਸ਼ਿਆ ਹੈ। ਤੇ ਗੁਰੂ ਪਿਆਰ ਵਾਲਿਓ ਉੱਥੇ ਹੀ ਫਿਰ ਰਾਏ ਕੱਲੇ ਨੇ ਸਤਿਗੁਰਾਂ ਦਾ ਹੁਕਮ ਮੰਨ ਕਰਕੇ ਨੂਰੇ ਮਾਹੀ ਨੂੰ ਭੇਜਿਆ ਸੀ ਛੋਟੇ ਸਾਹਿਬਜ਼ਾਦਿਆਂ ਦੀ ਤੇ ਮਾਤਾ ਜੀ ਦੀ ਖਬਰ ਲੈਣ ਵਾਸਤੇ। ਉਹ ਇਤਿਹਾਸ ਆਪਾਂ ਅੱਗੇ ਸਰਵਣ ਕਰਾਂਗੇ, ਕਿਉਂਕਿ ਅੱਗੇ ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਆਪਾਂ ਸਰਵਣ ਕਰਨਾ ਹੈ। ਸੋ 27 ਤਰੀਕ ਨੂੰ ਉਹ ਦਿਹਾੜਾ ਆ ਰਿਹਾ ਹੈ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ, ਮਾਤਾ ਜੀ ਦੀ ਸ਼ਹੀਦੀ ਦਾ। ਇਸ ਤੋਂ ਅਗਲਾ ਇਤਿਹਾਸ ਆਪਾਂ ਉਦੋਂ ਸਰਵਣ ਕਰਾਂਗੇ ਜਿਵੇਂ ਪਾਤਸ਼ਾਹ ਨੂੰ ਨੂਰਾ ਮਾਹੀ ਆ ਕਰਕੇ ਖਬਰ ਦਿੰਦਾ ਹੈ, ਉਹ ਸ਼ਹੀਦੀ ਸਾਕਾ ਸੁਣਾਉਂਦਾ ਹੈ, ਉਹਨੂੰ ਆਪਾਂ ਉਸੇ ਰੂਪ ਦੇ ਵਿੱਚ ਸਤਿਗੁਰਾਂ ਦੀ ਕਿਰਪਾ ਦੁਆਰਾ ਸਰਵਣ ਕਰਾਂਗੇ। ਇਹ ਦਾਸ ਨੇ ਥੋੜ੍ਹਾ ਜਿਹਾ ਯਤਨ ਕੀਤਾ ਸੀ ਵੀ ਚਮਕੌਰ ਤੋਂ ਅੱਗੇ ਮਾਛੀਵਾੜੇ ਤੱਕ ਦਾ ਸਫ਼ਰ ਵੀ ਜਿਹੜਾ ਉਹ ਸਤਿਗੁਰਾਂ ਦਾ ਸਰਵਣ ਕਰਵਾਇਆ ਜਾਵੇ। ਇਤਨੀ ਸੇਵਾ ਪ੍ਰਵਾਨ ਕਰਿਓ, ਸਤਿਗੁਰੂ ਜੀ ਕਿਰਪਾ ਕਰਨ। ਇਹ ਜਿੰਨੇ ਵੀ ਦੁੱਖ ਸਤਿਗੁਰਾਂ ਨੇ ਝੱਲੇ ਨੇ, ਜਿੰਨੇ ਵੀ ਪੈਂਡੇ ਵਿਖੜੇ ਵਿੱਚ ਦੀ ਲੰਘੇ ਨੇ, ਇਹ ਕਿੰਨਾ ਵਾਸਤੇ ਚੱਲੇ ਨੇ? ਸਿਰਫ ਸਾਡੇ ਵਾਸਤੇ। ਇਹੀ ਕਿਹਾ ਸੀ ਮੇਰੇ ਪਾਤਸ਼ਾਹ ਨੇ, ਪੰਥ ਵਸੈ ਮੈਂ ਉਜੜਾਂ ਮਨ ਚਾਓ ਕਨੇਰਾ। ਮੇਰਾ ਪੰਥ ਵਸਦਾ ਰਵੇ, ਮੈਂ ਭਾਵੇਂ ਉਜੜ ਜਾਵਾਂ, ਇਹ ਮੇਰੇ ਮਨ ਦੇ ਵਿੱਚ ਚਾਅ ਹੈ। ਇਹ ਕੇਵਲ ਕਿਹਾ ਨਹੀਂ, ਆਪਣੇ ਆਪ ਨੂੰ ਉਜਾੜਿਆ ਵੀ ਹੈ ਤੇ ਸਾਨੂੰ ਵਸਾਇਆ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ। ਅਸੀਂ ਉਹਨਾਂ ਵਰਗੇ ਬਣ ਨਹੀਂ ਸਕਦੇ, ਧਿਆਨ ਦੇਣਾ। ਸੋ ਗੁਰੂ ਪਿਆਰ ਵਾਲਿਓ, ਉਹਨਾਂ ਸਿੰਘਾਂ ਦੀਆਂ ਕੁਰਬਾਨੀਆਂ ਬਹੁਤ ਵੱਡੀਆਂ, ਸਤਿਗੁਰੂ ਪਾਤਸ਼ਾਹ ਬਹੁਤ ਮਹਾਨ ਨੇ, ਪਰ ਧਿਆਨ ਦਿਓ ਆਪਾਂ ਜੇ ਕੁਰਬਾਨੀਆਂ ਨਹੀਂ ਦੇ ਸਕਦੇ ਤੇ ਇੰਨਾ ਕਰਮ ਤੇ ਕਰ ਸਕਦੇ ਕਿ ਆਪਾਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕਰਕੇ ਗੁਰੂ ਵਾਲੇ ਤਾਂ ਬਣ ਜਾਈਏ, ਗੁਰੂ ਕੇ ਸਿੱਖ ਤਾਂ ਬਣ ਜਾਈਏ। ਇਹੀ ਕਰਮ ਕਰ ਲਈਏ ਤੇ ਮੈਂ ਕਹਿੰਦਾ ਕਲਯੁਗ ਦੇ ਸਮੇਂ ਵਿੱਚ ਬਹੁਤ ਵੱਡੀ ਗੱਲ ਹੈ ਕਿ ਜੇ ਅਸੀਂ ਗੁਰੂ ਕੇ ਸਿੰਘ ਸਿੰਘਣੀਏ ਬਣ ਜਾਈਏ, ਗੁਰੂ ਦੇ ਸਿੱਖ ਬਣ ਕਰਕੇ ਆਪਣਾ ਜੀਵਨ ਸਵਾਰੀਏ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਧੰਨ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ। ਖੰਡੇ ਬਾਟੇ ਦਾ ਅੰਮ੍ਰਿਤ ਛਕ ਕਰਕੇ ਗੁਰੂ ਦਸੀ ਮਰਿਆਦਾ ਵਿੱਚ ਚੱਲ ਕਰਕੇ ਨਾਮ ਬਾਣੀ ਸਤ ਸੰਗਤ ਅਭਿਆਸ ਕਰੀਏ ਤਾਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਇਹ ਸਾਡਾ ਜੀਵਨ ਸਫਲਾ ਹੋਵੇਗਾ। ਇਤਨੀ ਸੇਵਾ ਪ੍ਰਵਾਨ ਕਰਿਓ, ਭੁੱਲਾਂ ਦੀ ਖਿਮਾ ਬਖਸ਼ਿਓ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।